ਹੈਲੋ एवरीवन ਐਂਡ ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਆਪਾਂ ਕੰਟੀਨਿਊ ਕਰਦੇ ਹਾਂ ਇੰਡੀਅਨ ਪੋਲਿਟੀ ਦੀ ਐਮਸੀਕਿਊ ਪ੍ਰੈਕਟਿਸ ਸੀਰੀਜ਼ ਨੂੰ। 31 ਮਈ ਨੂੰ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਦਾ ਐਗਜ਼ਾਮ ਹੋਣ ਵਾਲਾ ਹੈ ਤੇ ਆਪਾਂ ਪ੍ਰੈਕਟਿਸ ਸੀਰੀਜ਼ ਨੂੰ ਕੰਟੀਨਿਊ ਕਰਦੇ ਹਾਂ। ਅੱਜ ਦੇ ਟੌਪਿਕਸ ਹੋਣਗੇ ਸੁਪਰੀਮ ਕੋਰਟ, ਬੇਸਿਕਲੀ ਜੁਡੀਸ਼ਰੀ ਨਾਲ ਆਪਾਂ ਡੀਲ ਕਰਾਂਗੇ, ਆਫਿਸ ਆਫ ਗਵਰਨਰ ਨਾਲ ਡੀਲ ਕਰਾਂਗੇ, ਸੈਂਟਰ ਸਟੇਟ ਰਿਲੇਸ਼ਨਸ ਦੀ ਗੱਲ ਕਰਾਂਗੇ, ਐਮਰਜੈਂਸੀ ਪ੍ਰੋਵੀਜ਼ਨਸ ਦੀ ਗੱਲ ਕਰਾਂਗੇ ਤੇ ਫਾਈਨਾਂਸ ਕਮਿਸ਼ਨ ਦੀ ਗੱਲ ਅੱਜ ਆਪਾਂ ਕਰਨ ਵਾਲੇ। ਤਾਂ ਇਹ ਪੋਲਿਟੀ ਦਾ ਸੈਕਿੰਡ ਲਾਸਟ ਲੈਕਚਰ ਹੋਊਗਾ ਤੇ ਕੱਲ ਜੋ ਨੈਕਸਟ ਆਪਣਾ ਸੈਕਸ਼ਨ ਹੋਊਗਾ ਉਹਦੇ ਵਿੱਚ ਆਪਾਂ ਕਨਸਟੀਟਿਊਸ਼ਨਲ ਨਾਨ ਕਨਸਟੀਟਿਊਸ਼ਨਲ ਬਾਡੀਜ਼ ਬਾਰੇ ਗੱਲ ਕਰਾਂਗੇ। ਇਸ ਦੇ ਨਾਲ ਨਾਲ ਆਪਾਂ ਪੰਚਾਇਤੀ ਰਾਜ ਪ੍ਰੋਵੀਜ਼ਨ ਤੋਂ ਵੀ ਗੱਲ ਕਵਰ ਕਰਾਂਗੇ। ਸੋ ਲੈਟਸ ਸਟਾਰਟ ਵਿਦ ਦ ਫਰਸਟ ਟੌਪਿਕ, ਸੁਪਰੀਮ ਕੋਰਟ ਨਾਲ ਲਿੰਕਡ ਜਿੰਨੇ ਇੰਪੋਰਟੈਂਟ ਐਮਸੀਕਿਊ ਬਣ ਸਕਦੇ ਆਪਾਂ ਉਰੇ ਕੋਸ਼ਿਸ਼ ਕਰਦੇ ਹਾਂ ਉਹਨੂੰ ਸੋਲਵ ਕਰਾਂਗੇ। To become a judge of Supreme Court, a person must be an advocate in High Court for at least how many years? ਸਿੱਧਾ ਸਵਾਲ ਪੁੱਛਿਆ ਜਾ ਰਿਹਾ ਹੈ ਰਿਗਾਰਡਿੰਗ ਦੀ ਕੁਆਲੀਫਿਕੇਸ਼ਨ ਪਾਰਟ। ਹਾਂਜੀ, ਕੁਆਲੀਫਿਕੇਸ਼ਨ ਦੇ ਨਾਲ ਸੰਬੰਧਿਤ ਕੱਲ ਵੀ ਆਪਾਂ ਇੱਕ ਐਮਸੀਕਿਊ ਕੀਤਾ ਸੀਗਾ। ਮੈਨੂੰ ਉਮੀਦ ਹੈ ਕਿ ਜੇ ਤੁਸੀਂ ਕੱਲ ਵਾਲਾ ਲੈਕਚਰ ਲਗਾਇਆ ਹੈ ਤਾਂ ਅੱਜ ਇਹ ਕੁਐਸਚਨ ਬਿਲਕੁਲ ਸਹੀ ਅਟੈਂਪਟ ਕਰੋਗੇ। ਕੁਆਲੀਫਿਕੇਸ਼ਨ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ ਤਾਂ ਉਰੇ 5 ਸਾਲ ਦਾ ਐਕਸਪੀਰੀਅੰਸ ਰਿਕੁਆਇਰਡ ਹੁੰਦਾ ਹੈ ਐਜ਼ ਅ ਹਾਈ ਕੋਰਟ ਜੱਜ ਤੇ 10 ਸਾਲ ਦਾ ਐਕਸਪੀਰੀਅੰਸ ਰਿਕੁਆਇਰਡ ਹੁੰਦਾ ਐਜ਼ ਐਨ ਐਡਵੋਕੇਟ ਪ੍ਰੈਕਟਿਸਿੰਗ ਇਨ ਹਾਈ ਕੋਰਟ। ਤਾਂ ਜਾ ਕੇ ਸੁਪਰੀਮ ਕੋਰਟ ਦੇ ਜੱਜ ਦੀ ਜਿਹੜੀ ਐਲੀਜੀਬਿਲਟੀ ਹੈ ਉਹ ਕਾਊਂਟ ਹੁੰਦੀ ਹੈ। ਆਪਾਂ ਪਹਿਲਾਂ ਇਹ ਕੁਐਸਚਨ ਕਿਸ ਕੰਟੈਕਸਟ ਕੀਤਾ ਸੀਗਾ? ਆਪਾਂ ਕੀਤਾ ਸੀਗਾ ਵਿਜ਼ਵੀ ਦ ਕੁਆਲੀਫਿਕੇਸ਼ਨ ਰਿਕੁਆਇਰਡ ਫॉर ਅਟਾਰਨੀ ਜਨਰਲ ਆਫ ਇੰਡੀਆ। ਯਾਦ ਹੈ? ਉਹਨੂੰ ਆਪਾਂ ਕਿਹਾ ਸੀਗਾ ਕਿ ਅਟਾਰਨੀ ਜਨਰਲ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਸੁਪਰੀਮ ਕੋਰਟ ਦੇ ਜੱਜ ਦੇ ਬਿਲਕੁਲ ਨਾਲ ਦੀ ਹੈ। ਤਾਂ ਸੁਪਰੀਮ ਕੋਰਟ ਦੇ ਜੱਜ ਦੀ ਕੁਆਲੀਫਿਕੇਸ਼ਨ ਕੀ ਹੈ ਕਿ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਐਜ਼ ਅ ਹਾਈ ਕੋਰਟ ਜੱਜ ਸੈਕੰਡ, ਜਾਂ ਫਿਰ ਤੁਸੀਂ ਉਰੇ ਪ੍ਰੈਕਟਿਸਿੰਗ ਐਡਵੋਕੇਟ ਹੋ ਮਿਨੀਮਮ ਉਰੇ 10 ਸਾਲ ਲਈ ਹਾਈ ਕੋਰਟ ਦੇ ਕੇਸ। ਸੋ ਇਨ ਦਿਸ ਕੇਸ then we have B as the right answer. अगला क्वेश्चन है जी, consider the following statements regarding the impeachment of a judge of Supreme Court of India. Impeachment मतलब रिमूवल ਦੀ ਗੱਲ ਹੋ ਰਹੀ ਹੈ, ਰਿਮੂਵਲ ਦੀ ਗੱਲ ਹੋ ਰਹੀ ਹੈ। ਹੁਣ ਇਹ ਕੁਐਸਚਨ ਮੈਂ यूपीएससी ਦਾ PYQ ਡਾਇਰੈਕਟਲੀ ਚੱਕ ਲਿਆ। ਹਾਲਾਂਕਿ ਇਸ ਟਾਈਪ ਦੇ ਕੁਐਸਚਨ ਤੁਹਾਨੂੰ ਡਾਇਰੈਕਟਲੀ ਪੁੱਛੇ ਨਹੀਂ ਜਾਣਗੇ ਤੁਹਾਡੇ ਪੇਪਰ ਦੇ ਵਿੱਚ, ਪਰ ਸਿੰਸ ਮੈਂ ਉਮੀਦ ਕਰਦਾ ਕਿ ਇਸ ਵਾਰ ਡਿਫਿਕਲਟੀ ਲੈਵਲ ਜਿਹੜਾ ਥੋੜਾ ਹਾਈ ਹੋਣ ਵਾਲਾ ਹੈ ਤਾਂ ਇਹ ਹੋ ਸਕਦਾ ਹੈ ਕੋਈ ਇੱਕ ਅੱਧੀ ਸਟੇਟਮੈਂਟ ਇਸ ਤੋਂ ਡਾਇਰੈਕਟਲੀ ਤੁਹਾਨੂੰ ਪੁੱਛੀ ਜਾ ਸਕੇ ਜਾਂ ਇਸ ਦੇ ਨਾਲ ਸੰਬੰਧਿਤ ਉੱਤੇ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਚਲੋ ਪਹਿਲੀ ਸਟੇਟਮੈਂਟ ਦੀ ਗੱਲ ਕਰਦੇ ਹਾਂ। ਦ ਮੋਸ਼ਨ ਟੂ ਇੰਪੀਚ ਕੈਨ ਨਾਟ ਬੀ ਰਿਜੈਕਟਡ ਬਾय ਦ ਸਪੀਕਰ ਆਫ ਲੋਕ ਸਭਾ ਐਸ ਪਰ ਦ ਜਜਿਸ ਇਨਕੁਆਇਰੀ ਐਕਟ ਆਫ 1968। Second statement, the Constitution defines what constitutes incapacity and proved misbehavior of the judges. Third, can the details of impeachment process are given in the Judges Inquiry Act 1968. Fair motion must be backed by each house and supported by majority of total membership and not less than two-thirds of the member present and voting. ਹੁਣ ਇੰਪੀਚਮੈਂਟ ਨਾਲ ਸੰਬੰਧਿਤ ਮੈਂ ਜਾਣ ਮੁੱਝ ਕੇ ਕੁਐਸਚਨ ਪੁੱਛਿਆ। ਦੇਖੋ यूपीएससी ਦਾ ਪ੍ਰੀਲਿਮਸ 24 ਮਈ ਨੂੰ ਹੋਣ ਵਾਲਾ, ईटीआई ਦਾ ਪੇਪਰ 31 ਮਈ ਨੂੰ ਹੋਣ ਵਾਲਾ। ਦੋਹਾਂ ਪੇਪਰ 'ਚ ਮੈਨੂੰ ਪੂਰੀ ਉਮੀਦ ਹੈ ਕਿ ਜੱਜਿਸ ਦੇ ਰਿਮੂਵਲ ਨਾਲ ਸੰਬੰਧਿਤ ਸਵਾਲ ਪੁੱਛਿਆ ਜਾਊਗਾ, ਤਾਂ ਇਸ ਲਈ ਮੈਂ ਇਸ ਮੁੱਦੇ ਨੂੰ ਪੂਰੇ ਐਮਸੀਕਿਊ ਦੇ ਥਰੂ ਕਵਰ ਕਰਵਾਉਣਾ ਚਾਹੁੰਦਾ। ਜਦੋਂ ਵੀ ਆਪਾਂ ਗੱਲ ਕਰਦੇ ਹਾਂ ਰਿਮੂਵਲ ਆਫ ਸੁਪਰੀਮ ਕੋਰਟ ਜੱਜ ਜਾਂ ਫਿਰ ਹਾਈ ਕੋਰਟ ਜੱਜ, ਤਾਂ ਉਹ ਕਿੱਥੋਂ ਹੋਊਗੀ? ਪਾਰਲੀਮੈਂਟ ਦੇ ਦੁਆਰਾ ਹੋਊਗੀ। ਪਾਰਲੀਮੈਂਟ ਕੀ ਕਰੂਗਾ? ਪਾਰਲੀਮੈਂਟ ਇੱਕ ਰੈਜ਼ੋਲੂਸ਼ਨ ਪਾਸ ਕਰੂਗਾ, ਦੋਨੋਂ ਹਾਊਸਸ ਇੰਡੀਵਿਜੂਅਲੀ ਰੈਜ਼ੋਲੂਸ਼ਨ ਪਾਸ ਕਰਨਗੇ ਉਹਦੇ ਵਿੱਚ, ਤਾਂ ਮੈਜੋਰਿਟੀ ਚਾਹੀਦੀ ਹੈ। ਮੈਜੋਰਿਟੀ ਚਾਹੀਦੀ ਹੈ ਜੀ, ਬਿਲਕੁਲ ਸਹੀ ਹੈ ਜੀ, ਆਫ ਦਾ ਟੋਟਲ ਮੈਂਬਰਸ਼ਿਪ। ਜੇ 543 ਟੋਟਲ ਮੈਂਬਰਸ਼ਿਪ ਹੈ ਲੋਕ ਸਭਾ ਦੀ, ਤਾਂ ਉਰੇ ਇਹਦੀ ਮੈਜੋਰਿਟੀ ਚਾਹੀਦੀ ਹੈ, 51% ਚਾਹੀਦੇ ਆ ਤੁਹਾਨੂੰ ਵੋਟਸ ਹੱਕ ਦੇ ਵਿੱਚ। ਇਸ ਤੋਂ ਇਲਾਵਾ ਦੂਜੀ ਕੰਡੀਸ਼ਨ ਕੀ ਹੈ ਕਿ 2/3 ਜਿਹੜੇ ਪ੍ਰੈਜ਼ੈਂਟ ਨੇ ਉਹਨਾਂ ਚੋਂ ਵੀ ਪ੍ਰੈਜ਼ੈਂਟ ਐਂਡ ਵੋਟਿੰਗ ਜਿਹੜੇ ਹੈਗੇ ਆ ਉਹਨਾਂ ਚੋਂ 2/3 ਜਿਹੜੇ ਐਮਪੀਸ ਨੇ ਉਹ ਇਸ ਰੈਜ਼ੋਲੂਸ਼ਨ ਦੇ ਹੱਕ ਵਿੱਚ ਵੋਟ ਕਰਨ। ਤਾਂ ਇਹ ਸਟ੍ਰਿੰਜੈਂਟ ਕੰਡੀਸ਼ਨ ਰੱਖੀ ਹੋਈ ਹੈ, ਤਾਂ ਜਾ ਕੇ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਜਿਹੜਾ ਹੈਗਾ ਉਹ ਮਨਜ਼ੂਰ ਹੋਊਗਾ।
ਤੇ ਉਸ ਤੋਂ ਮਗਰੋਂ ਫਿਰ ਪ੍ਰੈਜ਼ੀਡੈਂਟ ਜਿਹੜੇ ਹੈਗੇ, ਪ੍ਰੈਜ਼ੀਡੈਂਟ ਫਿਰ ਰਿਮੂਵ ਕਰਨਗੇ ਕੰਸਰਨਡ ਹਾਈ ਕੋਰਟ ਜਾਂ ਫਿਰ ਕੰਸਰਨਡ ਸੁਪਰੀਮ ਕੋਰਟ ਦੇ ਜੱਜ ਨੂੰ। ਜਸਟਿਸ ਯਸ਼ਵੰਤ ਵਰਮਾ ਦੇ ਕੇਸ ਬਹੁਤ ਜ਼ਿਆਦਾ ਨਿਊਜ਼ ਵਿੱਚ ਰਿਹਾ ਹੈ ਕਿ ਇੰਪੀਚਮੈਂਟ ਪ੍ਰੋਸੀਡਿੰਗਸ ਲੈ ਕੇ ਆਓ ਐਂਡ ਆਲ ਦੈਟ, ਤਾਂ ਇਸ ਲਈ ਇਹ ਹੌਟ ਟੌਪਿਕ ਬਣ ਕੇ ਆਇਆ ਇਸ ਵਾਰ। ਸੁਪਰੀਮ ਕੋਰਟ ਦੀ ਆਪਾਂ ਲੈਟਸ ਸੇ ਕਨਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਕਨਸਟੀਟਿਊਸ਼ਨ ਇਹ ਕਹਿੰਦਾ ਹੈ ਕਿ ਹਾਂ ਜੱਜਿਸ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਔਨ ਵਿਚ ਗਰਾਊਂਡ? ਉਹ ਗਰਾਊਂਡ ਲਿਖਿਆ ਗਿਆ ਹੈ, ਕਹਿੰਦੇ ਪ੍ਰੂਵਡ ਇਨਕੈਪੈਸਿਟੀ ਤੇ ਪ੍ਰੂਵਡ ਮਿਸਬਿਹੇਵੀਅਰ। ਆਹ ਦੋ ਚੀਜ਼ਾਂ ਕਨਸਟੀਟਿਊਸ਼ਨ ਦੇ ਵਿੱਚ ਲਿਖੀਆਂ ਗਈਆਂ, ਹੋਰ ਇਸ ਤੋਂ ਇਲਾਵਾ ਕੁਝ ਨਹੀਂ ਲਿਖਿਆ ਗਿਆ। ਸੈਕੰਡ ਪੁਆਇੰਟ ਕੀ ਕਹਿ ਰਿਹਾ ਹੈ? ਕਹਿੰਦੇ ਕਨਸਟੀਟਿਊਸ਼ਨ ਡਿਫਾਈਨ ਕਰਦਾ ਇਸ ਚੀਜ਼ ਨੂੰ। ਦੋਸਤੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਤੁਹਾਨੂੰ, ਜਦੋਂ ਵੀ ਡਿਫਾਈਨ ਦੀ ਗੱਲ ਹੋ ਰਹੀ ਹੈ ਤਾਂ ਤੁਸੀਂ ਦੇਖੋਗੇ ਕਿ ਉਹ ਇੱਕ ਟ੍ਰੈਪ ਲਗਾਇਆ ਗਿਆ ਹੈ ਐਗਜ਼ਾਮੀਨਰ ਵੱਲੋਂ। ਕਨਸਟੀਟਿਊਸ਼ਨ ਆਪਣੇ ਆਪ ਹੀ ਡਿਫਾਈਨ ਨਹੀਂ ਕਰਦਾ ਚੀਜ਼ਾਂ, ਉਹ ਇੱਕ ਬ੍ਰੌਡਰ ਫਰੇਮਵਰਕ ਸੈੱਟ ਕਰ ਦਿੰਦਾ ਹੈ। ਉਸ ਤੋਂ ਮਗਰੋਂ ਯੂ ਗੋ ਫॉर ਲਾਜ਼, ਯੂ ਗੋ ਫॉर ਰੂਲਸ ਟੂ ਡਿਫਾਈਨ ਸਰਟਨ ਥਿੰਗਸ। ਹੁਣ ਕਨਸਟੀਟਿਊਸ਼ਨ ਨੇ ਫਰੇਮਵਰਕ ਸੈੱਟ ਕਰਤਾ ਕਿ ਇਨਕੈਪੈਸਿਟੀ ਹੈ ਜਾਂ ਫਿਰ ਅਪਰੂਵਡ ਮਿਸਬਿਹੇਵੀਅਰ ਹੈ, ਉਸ ਕੇਸ 'ਚ ਕੰਸਰਨ ਜੱਜ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਉਹਦੀ ਡਿਟੇਲਸ ਕੀ ਹੈ? ਫਿਰ ਉਹ ਡਿਟੇਲਸ ਜਿਹੜੀ ਹੈਗੀਆਂ ਉਹ ਜੱਜਿਸ ਇਨਕੁਆਇਰੀ ਐਕਟ 1968 ਦੇ ਵਿੱਚ ਮੈਂਸ਼ਨ ਕੀਤੀਆਂ ਗਈਆਂ ਸੀ। ਤਾਂ ਯਾਦ ਰੱਖੋ, ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ ਕਿ ਕਿਹੜੇ ਟਾਈਪ ਦੀ ਮੈਜੋਰਿਟੀ ਚਾਹੀਦੀ ਹੈ ਉਹਨੇ। ਫਿਰ ਦੂਜਾ ਤੁਸੀਂ ਯਾਦ ਕਰਨਾ ਹੈ ਜੱਜਿਸ ਇਨਕੁਆਇਰੀ ਐਕਟ 1968, ਇਹਦੇ ਵਿੱਚ ਇਸ ਲਾਅ ਦੇ ਵਿੱਚ ਡਿਟੇਲਸ ਮੈਂਸ਼ਨ ਕੀਤੀਆਂ ਗਈਆਂ ਸੀ। ਤਾਂ ਜਿਹੜਾ ਸਟੇਟਮੈਂਟ 2 ਹੈਗੀ ਹੈ ਆਪਣੀ, ਉਹ ਹੈਗੀ ਹੈ ਇਨਕਰੈਕਟ। ਸਟੇਟਮੈਂਟ 3 ਜਿਹੜੀ ਹੈਗੀ ਹੈ ਉਹ ਹੋਗੀ ਕਰੈਕਟ। ਤੇ ਫੋਰਥ ਦੀ ਗੱਲ ਕਰੀਏ, ਦ ਮੋਸ਼ਨ ਮਸਟ ਬੀ ਬੈਕਡ, ਇਹਦੇ ਵਿੱਚ ਵੀ ਰੈਜ਼ੋਲੂਸ਼ਨ ਦੀ ਗੱਲ ਹੋਈ ਹੈ ਆਪਣੀ ਹੁਣੇ, ਤਾਂ ਥਰਡ ਸਟੇਟਮੈਂਟ ਇਜ਼ ਕਰੈਕਟ ਐਂਡ ਫੋਰਥ ਇਜ਼ ਆਲਸੋ ਕਰੈਕਟ। ਪਹਿਲੇ ਦੀ ਗੱਲ ਕਰੀਏ, ਦ ਮੋਸ਼ਨ ਟੂ ਇੰਪੀਚ ਕੈਨ ਨਾਟ ਬੀ ਰਿਜੈਕਟਡ ਬਾਈ ਦ ਸਪੀਕਰ ਆਫ ਲੋਕ ਸਭਾ ਐਸ ਪਰ ਜਜਿਸ ਇਨਕੁਆਇਰੀ ਐਕਟ 1968। ਹੁਣ ਇਹ ਅਗੇਨ ਬਹੁਤ ਹੀ ਐਕਸਟ੍ਰੀਮ ਸਟੇਟਮੈਂਟ ਹੈ। ਕੋਈ ਮੋਸ਼ਨ ਆਇਆ, ਪ੍ਰੀਸਾਈਡਿੰਗ ਆਫਿਸਰ ਕੌਣ ਹੈ? ਪ੍ਰੀਸਾਈਡਿੰਗ ਆਫਿਸਰ ਪਾਰਲੀਮੈਂਟ ਦੇ ਵਿੱਚ ਬੈਠਾ ਹੈ, ਲੋਕ ਸਭਾ ਦੇ ਵਿੱਚ ਬੈਠਾ ਸਪੀਕਰ। ਸਪੀਕਰ ਕੋਲ ਬਹੁਤ ਪਾਵਰ ਹੈ, ਉਹ ਕਿਸੇ ਇੱਕ ਮੋਸ਼ਨ ਐਕਸੈਪਟ ਕਰ ਸਕਦਾ ਹੈ ਜਾਂ ਫਿਰ ਉਹ ਪਹਿਲਾਂ ਕਹੇ ਕਿ ਮੈਂ ਇਸ ਨੂੰ ਐਕਸੈਪਟ ਹੀ ਨਹੀਂ ਕਰਦਾ, ਉਸ ਕੋਲ ਅਧਿਕਾਰ ਹੈਗਾ। ਪਰ ਉਰੇ ਇੱਕ ਐਕਸਟ੍ਰੀਮ ਸਟੇਟਮੈਂਟ ਦੇ ਤੌਰ ਤੇ ਕਿਹਾ ਜਾ ਰਿਹਾ, ਦ ਮੋਸ਼ਨ ਟੂ ਇੰਪੀਚ ਕੈਨ ਨਾਟ ਬੀ ਰਿਜੈਕਟਡ ਬਾਈ ਦ ਸਪੀਕਰ ਆਫ ਦ ਲੋਕ ਸਭਾ ਐਸ ਪਰ ਜਜਿਸ ਇਨਕੁਆਇਰੀ ਐਕਟ। ਇਹ ਸਟੇਟਮੈਂਟ ਜਿਹੜੀ ਹੈਗੀ ਹੈ ਇਹ ਹੈਗੀ ਹੈ ਇਨਕਰੈਕਟ। ਤੁਸੀਂ ਆਪਣੇ ਪੇਪਰ ਲਈ ਇੱਕ ਤਾਂ ਮੈਜੋਰਿਟੀ ਪੋਰਸ਼ਨ ਨੂੰ ਯਾਦ ਕਰਕੇ ਰੱਖੋ ਕਿ ਕਿਸ ਟਾਈਪ ਦੀ ਮੈਜੋਰਿਟੀ ਚਾਹੀਦੀ ਹੁੰਦੀ ਹੈ। ਦੂਜਾ ਜਜਿਸ ਇਨਕੁਆਇਰੀ ਐਕਟ ਬਾਰੇ ਤੁਸੀਂ ਥੋੜਾ ਜਿਹਾ ਜਿੰਨਾ ਮੈਂ ਉਰੇ ਦੱਸਿਆ ਉਹਨਾਂ ਤੁਸੀਂ ਜਾਣਕਾਰੀ ਰੱਖੋ। ਸੋ ਇਨ ਦਿਸ ਕੇਸ ਸੀ ਹੈਪਨਸ ਟੂ ਬੀ ਦ ਰਾਈਟ ਆਂਸਰ, 3 ਐਂਡ 4 ਇਜ਼ ਦੀ ਕਰੈਕਟ ਆਂਸਰ। ਅੱਗੇ ਵਧਦੇ ਹਾਂ ਜੀ, ਇਸ ਤੋਂ ਬਾਅਦ ਆਪਾਂ ਹਾਂਜੀ ਫਿਰ ਅੱਗੇ ਆ ਗਿਆ ਜੀ ਸੁਪਰੀਮ ਕੋਰਟ ਨਾਲ ਸੰਬੰਧਿਤ, ਦ ਪਾਰਲੀਮੈਂਟ ਕੈਨ ਨਾਟ ਇਨਲਾਰਜ ਦ jurisdiction of Supreme Court as its jurisdiction is limited to that conferred by the Constitution। ਦੂਜੀ ਸਟੇਟਮੈਂਟ ਪੜ੍ਹਦੇ ਹਾਂ ਆਪਾਂ। ਦੂਜੀ ਸਟੇਟਮੈਂਟ ਕਹਿੰਦੀ ਹੈ officers and servants of Supreme Court and High Court are appointed by the concerned Chief Justice and administrative expenses are charged on the consolidated fund of it। ਪਹਿਲੀ ਗੱਲ ਤਾਂ ਇਹ ਕਿ ਪਾਰਲੀਮੈਂਟ ਕੋਲ ਪਾਵਰ ਹੈਗੀ ਹੈ ਟੂ ਇਨਲਾਰਜ ਦ ਜੁਰਿਸਡਿਕਸ਼ਨ ਆਫ ਸੁਪਰੀਮ ਕੋਰਟ। ਪਾਰਲੀਮੈਂਟ ਕੀ ਨਹੀਂ ਕਰ ਸਕਦਾ? ਘਟਾ ਨਹੀਂ ਸਕਦਾ। ਪਾਰਲੀਮੈਂਟ ਕੈਨ ਇਨਲਾਰਜ ਦ ਜੁਰਿਸਡਿਕਸ਼ਨ ਆਫ ਸੁਪਰੀਮ ਕੋਰਟ ਵਿਜ਼ਅਵੀ ਯੂਨੀਅਨ ਸਬਜੈਕਟਸ। ਜਦੋਂ ਆਪਾਂ 7th ਸ਼ਡਿਊਲ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਯੂਨੀਅਨ ਸਬਜੈਕਟਸ ਆਉਂਦੇ ਆ, ਕੌਨਕਰੈਂਟ ਸਬਜੈਕਟਸ ਆਉਂਦੇ ਆ ਤੇ ਸਟੇਟ ਸਬਜੈਕਟ ਆਉਂਦੇ ਆ, ਅਲੱਗ-ਅਲੱਗ ਲਿਸਟ ਬਣਾਈ ਗਈ ਹੈ। ਪਾਰਲੀਮੈਂਟ enlarge ਕਰ ਸਕਦਾ ਹੈ jurisdiction of Supreme Court vis-a-vis the union subjects। ਤਾਂ ਪਹਿਲੀ ਸਟੇਟਮੈਂਟ ਜਿਹੜੀ ਹੈਗੀ ਹੈ ਉਹ ਫੰਡਾਮੈਂਟਲੀ ਇਨਕਰੈਕਟ ਹੈ ਕਿਉਂਕਿ ਇਹ ਤਾਂ ਕੈਨ ਨਾਟ ਦੀ ਗੱਲ ਕਰ ਰਹੇ, ਰਾਈਟ। ਸੈਕੰਡ ਦੀ ਗੱਲ ਕਰੀਏ ਇਸ ਤੋਂ ਬਾਅਦ ਆਪਾਂ, officers and servants of Supreme Court and High Court are appointed by the concerned Chief Justice and administrative expenses are charged on the consolidated fund of India। ਇਸ ਤੇ ਦੇਖੋ ਜ਼ਰਾ, ਕਹਿੰਦੇ ਜਿਹੜੇ ਵੀ ਆਫਿਸਰ ਤੇ ਸਰਵੈਂਟਸ ਨੇ ਸੁਪਰੀਮ ਕੋਰਟ ਦੇ ਤੇ ਹਾਈ ਕੋਰਟ ਦੇ, ਜਿੰਨੇ ਉੱਥੇ ਵਰਕਿੰਗ ਸਟਾਫ ਹੈ ਸਾਰਾ, ਉਹਨਾਂ ਦੀ ਗੱਲ ਹੋ ਰਹੀ ਹੈ,
ਕਹਿੰਦੇ ਉਹਨਾਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਐਕਸਪੈਂਸਿਸ ਵੀ ਹੈਗੇ ਆ ਉਹ ਕਹਿੰਦੇ ਚਾਰਜ ਨੇ ਔਨ ਦਾ ਕੰਸੋਲੀਡੇਟਡ ਫੰਡ ਆਫ ਇੰਡੀਆ। ਇਹ ਸਟੇਟਮੈਂਟ ਇਨਕਰੈਕਟ ਹੈ। ਕਿਉਂ? ਹਾਈ ਕੋਰਟ ਦੀ ਜਦੋਂ ਆਪਾਂ ਗੱਲ ਕਰਦੇ ਆ, ਹਾਈ ਕੋਰਟ ਦੇ ਜਿਹੜੇ EMPLOYEES ਨੇ ਇੰਕਲੂਡਿੰਗ ਜੱਜਿਸ ਦੀ ਗੱਲ ਕਰਾਂ ਤਾਂ ਉਹਨਾਂ ਦੀ ਸੈਲਰੀਜ਼, ਐਮੋਲੂਮੈਂਟਸ, ਜਿਹੜੇ ਅਲਾਉਂਸਸ ਆ ਉਹ ਕਿਹਦੇ ਉੱਤੇ ਚਾਰਜ ਹੈ? ਉਹ ਚਾਰਜ ਨੇ ਔਨ ਦਾ ਕੰਸੋਲੀਡੇਟਡ ਫੰਡ ਆਫ ਦਾ that particular state। ਉਹ ਸਟੇਟ ਦੇ ਹਿੱਸੇ ਚੋਂ ਉਹ ਪੈਸਾ ਉਹਨਾਂ ਕੋਲ ਜਾਂਦਾ ਹੈ, ਯੂਨੀਅਨ ਤੋਂ ਨਹੀਂ ਜਾਂਦਾ ਹੈ। ਜੇ ਪੈਨਸ਼ਨ ਦੀ ਗੱਲ ਕਰਾਂ, ਮੈਂ ਹਾਈ ਕੋਰਟ ਦੇ ਜੱਜਿਸ ਦੀ ਪੈਨਸ਼ਨ ਦੀ ਗੱਲ ਕਰਾਂ ਤਾਂ ਉਹ ਪੈਸਾ ਕਿੱਥੋਂ ਆ ਰਿਹਾ? ਤਾਂ ਉਹ ਪੈਸਾ ਆ ਰਿਹਾ ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ ਆ ਰਿਹਾ। ਪੈਨਸ਼ਨ ਦੇ ਕੇਸ 'ਚ ਆ ਰਿਹਾ, ਪਰ ਸੈਲਰੀ ਦੇ ਕੇਸ 'ਚ ਪੈਸਾ ਕਿੱਥੋਂ ਆ ਰਿਹਾ? ਸੈਲਰੀ ਦੇ ਕੇਸ 'ਚ ਪੈਸਾ ਆਉਂਦਾ ਕੰਸੋਲੀਡੇਟਡ ਫੰਡ ਆਫ that particular state। ਤਾਂ ਸੈਕੰਡ ਸਟੇਟਮੈਂਟ ਜਿਹੜੀ ਹੈਗੀ ਆ ਉਹ ਵੀ ਆਟੋਮੈਟਿਕਲੀ ਹੋ ਗਈ ਇਨਕਰੈਕਟ, ਤੇ ਪਹਿਲੀ ਜਿਹੜੀ ਸੀਗੀ ਉਹ ਵੀ ਇਨਕਰੈਕਟ ਸੀ। ਸੋ D ਇਜ਼ ਦ ਰਾਈਟ ਆਨਸਰ ਇਨ ਦਿਸ ਕੇਸ। ਨੈਕਸਟ, ਹੁਣ ਇਹ ਬਹੁਤ ਇੰਪੋਰਟੈਂਟ ਹੈ। ਇਸ MCQ ਰਾਹੀਂ ਮੈਂ ਕਵਰ ਕਰਨਾ ਚਾਹਨਾ ਐਵੋਲੂਸ਼ਨ ਆਫ ਜੱਜਿਸ ਦੀ। ਆਪਾਂ ਜਦੋਂ ਗੱਲ ਕਰ ਰਹੇ ਐਵੋਲੂਸ਼ਨ ਆਫ ਕੋਲੀਜੀਅਮ ਸਿਸਟਮ, ਕਿ ਕੋਲੀਜੀਅਮ ਸਿਸਟਮ ਕਿੱਦਾਂ ਬਣਿਆ। 1981 ਦੇ ਵਿੱਚ SP ਗੁਪਤਾ ਵਰਸਸ ਯੂਨੀਅਨ ਆਫ ਇੰਡੀਆ ਦਾ ਕੇਸ ਹੁੰਦਾ ਹੈ। ਉਸ ਤੋਂ ਮਗਰੋਂ 1993 ਦੇ ਵਿੱਚ ਇੱਕ ਹੋਰ ਕੇਸ ਆਉਂਦਾ ਜਿਹਨੂੰ ਆਪਾਂ ਜਾਣਦੇ ਹਾਂ ਸੈਕੰਡ ਜੱਜਿਸ ਕੇਸ ਦੇ ਨਾਮ। ਫਿਰ 1998 ਦੇ ਵਿੱਚ ਥਰਡ ਜੱਜਿਸ ਕੇਸ ਆਉਂਦਾ। ਫਿਰ ਫੋਰਥ ਆਉਂਦਾ ਹੈ ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਨੂੰ ਰੱਦ ਕਰ ਦਿੱਤਾ ਜਾਂਦਾ ਹੈ। 2015 ਦੀ ਗੱਲ ਕਰਦੇ ਹਾਂ, ਖੈਰ ਉਹਦੀ ਗੱਲ ਆਪਾਂ ਨਹੀਂ ਕਰਾਂਗੇ, ਪਹਿਲੇ ਦਿਨ ਦੀ ਗੱਲ ਕਰਨ ਵਾਲੇ ਆਪਾਂ, ਕਿਉਂਕਿ ਅਕਸਰ ਇਹਨਾਂ ਚੋਂ ਕੁਐਸਚਨ ਪੁੱਛੇ ਜਾਂਦੇ। क्वेश्चन है in which year was collegium system for appointment of judges adopted in the Supreme Court of India। collegium ਦਾ ਮਤਲਬ ਕੀ ਹੈ? collegium ਦਾ ਮਤਲਬ ਹੈ ਇੱਕ ਗਰੁੱਪ। ਤੁਸੀਂ ਕਨਸਟੀਟਿਊਸ਼ਨ ਨੂੰ ਪੜੋਗੇ ਤਾਂ ਸਮਝ ਆਊਗਾ ਕਿ ਅਪਾਇੰਟ ਕੌਣ ਕਰਦਾ ਹੈ ਜੱਜਿਸ ਨੂੰ। ਲਿਖਿਆ ਹੋਊਗਾ ਪ੍ਰੈਜ਼ੀਡੈਂਟ। ਉਸ ਤੋਂ ਅੱਗੇ ਕੀ ਲਿਖਿਆ? ਉਹ ਤੋਂ ਅੱਗੇ ਲਿਖਿਆ ਹੈ ਇਨ ਕੰਸਲਟੇਸ਼ਨ ਵਿਦ ਦੀ ਚੀਫ ਜਸਟਿਸ। ਤੇ ਫਿਰ ਜੇ ਕੋਈ ਹੋਰ ਜੱਜਿਸ ਨੈਸੈਸਰੀ ਨੇ ਉਹਨਾਂ ਨਾਲ ਕੰਸਲਟੇਸ਼ਨ ਕਰ ਸਕਦਾ। ਬਸ ਇੰਨਾ ਕਹਿ ਕੇ ਛੱਡਤਾ, ਕੋਈ ਡਿਫਾਈਨ ਨਹੀਂ ਹੈ ਕਿੰਨੇ ਜੱਜਿਸ ਨਾਲ ਕੰਸਲਟ ਕਰਨਾ ਹੈ। ਕੰਸਲਟ ਦਾ ਮਤਲਬ ਕੀ ਹੈ ਇਹ ਵੀ ਨਹੀਂ ਡਿਫਾਈਨ ਹੈ। ਤਾਂ ਇਹ ਡੈਫੀਨੇਸ਼ਨ ਤੇ ਹੀ ਸਾਰਾ ਮਸਲਾ ਬਣਦਾ ਹੈ। 1981 ਦੇ ਵਿੱਚ SP ਗੁਪਤਾ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਹੜੀ ਕੰਸਲਟੇਸ਼ਨ ਹੈਗੀ ਹੈ ਉਹਦਾ ਮਤਲਬ ਕੰਸਲਟ ਕਰਨਾ ਹੀ ਹੈ, ਉਹਦਾ ਮਤਲਬ ਕੋਈ ਐਗਰੀਮੈਂਟ ਨਹੀਂ ਹੈਗਾ। ਤੇ ਉਹ ਕੰਸਲਟ ਕਿਹਨੂੰ ਕਰਨਾ? ਕਹਿੰਦੇ ਚੀਫ ਜਸਟਿਸ ਆਫ ਇੰਡੀਆ ਨੂੰ ਕਰਨਾ ਹੈ। ਤੇ ਉਹਨਾਂ ਦਾ ਜਿਹੜਾ ਓਪੀਨੀਅਨ ਹੈਗਾ ਉਹ ਵੀ ਕੋਈ ਬਾਈਂਡਿੰਗ ਨਹੀਂ ਹੈਗਾ। ਐਗਜ਼ੀਕਿਊਟਿਵ ਚਾਹਵੇ, ਪ੍ਰੈਜ਼ੀਡੈਂਟ ਚਾਹਵੇ, ਕਾਉਂਸਲ ਆਫ ਮਿਨਿਸਟਰਸ ਚਾਹਣ ਤਾਂ ਉਹ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਓਪੀਨੀਅਨ ਨੂੰ ਵੀ ਓਵਰਰਾਈਡ ਕਰ ਸਕਦੇ। ਇਹ 1981 ਦੇ ਕੇਸ ਵਿੱਚ ਕਿਹਾ ਗਿਆ ਸੀਗਾ। ਯਾਨੀ ਕਿ ਉਰੇ ਐਗਜ਼ੀਕਿਊਟਿਵ ਕੋਲ ਪੂਰਾ ਅਧਿਕਾਰ ਸੀਗਾ ਕਿ ਉਹ ਜਿਹੜੇ ਮਰਜ਼ੀ ਜੱਜ ਨੂੰ ਚਾਹਣ ਅਪਾਇੰਟ ਕਰਨ, ਨਾ ਕਰਨ, ਤਾਂ ਉਹ ਕੋਈ ਇਸ਼ੂ ਨਹੀਂ ਸੀ। 93 ਆਂਦੇ ਇਸ ਗੱਲ ਨੂੰ ਥੋੜਾ ਹੋਰ ਵਿਚਾਰਿਆ ਗਿਆ ਇਸ ਤੇ ਕਿ ਕੰਸਲਟੇਸ਼ਨ ਦਾ ਮਤਲਬ ਕੀ ਹੈ। ਤਾਂ 93 ਦੇ ਵਿੱਚ ਸੈਕੰਡ ਜੱਜ ਕੇਸ ਦੇ ਵਿੱਚ ਕਿਹਾ ਗਿਆ ਕਿ ਕੰਸਲਟੇਸ਼ਨ ਦਾ ਮਤਲਬ ਬਣਦਾ ਹੈ ਕੌਨਕਰੈਂਸ, ਯਾਨੀ ਕਿ ਐਗਰੀਮੈਂਟ। ਤੇ ਐਗਰੀਮੈਂਟ ਕਿਹਦਾ ਹੋਣਾ ਚਾਹੀਦਾ ਹੈ? ਕਹਿੰਦੇ CJI ਤਾਂ ਹੋਣਗੇ ਹੀ ਹੋਣਗੇ, ਇਹਨਾਂ ਦੇ ਨਾਲ ਦੋ ਹੋਰ ਸੀਨੀਅਰ ਮੋਸਟ ਜੱਜਿਸ ਹੋਣ ਤੇ ਇਹਨਾਂ ਦਾ ਹੀ ਇੱਕ ਐਗਰੀਮੈਂਟ ਹੋਊਗਾ ਤੇ ਉਹ ਐਗਰੀਮੈਂਟ ਬਾਈਂਡਿੰਗ ਹੋਊਗਾ ਔਨ ਦ ਐਗਜ਼ੀਕਿਊਟਿਵ। ਹੁਣ ਅਪਾਇੰਟਮੈਂਟ ਜਿਹੜੀ ਹੋਣੀ ਹੈ ਉਹ ਇਸ ਕੋਲੀਜੀਅਮ ਦੇ ਰਾਹੀਂ ਹੋਣੀ ਹੈ, ਇਸ ਕੋਲੀਜੀਅਮ ਦੇ ਡਿਸੀਜਨ ਰਾਹੀਂ ਹੋਣੀ ਹੈ। ਫਿਰ ਜਦੋਂ ਆਪਾਂ ਗੱਲ ਕਰਦੇ ਹਾਂ 1998 ਦੇ ਕੇਸ ਦੀ, ਜਿਹਦੇ ਵਿੱਚ ਆਪਾਂ ਥਰਡ ਜੱਜਿਸ ਕੇਸ ਦੀ ਗੱਲ ਕਰਦੇ ਹਾਂ, ਪੂਰੇ ਕੋਲੀਜੀਅਮ ਸਿਸਟਮ ਨੂੰ ਹੋਰ ਵਧਾ ਦਿੱਤਾ ਗਿਆ ਸੀਗਾ, ਉਹਦਾ ਐਕਸਪੈਂਸ਼ਨ ਹੋਈ ਸੀ। ਪਹਿਲਾਂ ਅਪਾਇੰਟਮੈਂਟ ਆਫ ਜੱਜਿਸ ਦੀ ਆਪਾਂ ਗੱਲ ਕਰੀਏ ਤਾਂ CJI plus 2 ਸੀਨੀਅਰ ਮੋਸਟ ਜੱਜਿਸ ਸੀਗੇ ਔਰ ਸੁਪਰੀਮ ਕੋਰਟ। ਹੁਣ ਉਰੇ ਕੀ ਹੋਣਾ ਸੀਗਾ? ਥਰਡ ਜੱਜਿਸ ਕੇਸ ਦੇ ਮੁਤਾਬਕ CJI ਦੇ ਨਾਲ 4 ਸੀਨੀਅਰ ਮੋਸਟ ਜੱਜਿਸ ਆ ਗਏ ਸੀਗੇ ਫॉर ਅਪਾਇੰਟਮੈਂਟ ਰਿਲੇਟਡ ਟੂ ਸੁਪਰੀਮ ਕੋਰਟ ਦੇ ਕੇਸ। ਤੇ ਹਾਈ ਕੋਰਟ ਦੇ ਜੱਜਿਸ ਦੇ ਕੇਸ 'ਚ CJI ਦੇ ਨਾਲ ਉਰੇ 2 ਸੀਨੀਅਰ ਮੋਸਟ ਜੱਜਿਸ ਨੇ
ਉਹ ਵੀ ਬੈਠਣਗੇ ਉਰੇ। ਤਾਂ ਇਹ ਬਣ ਕੇ ਆਇਆ ਸੀਗਾ ਉਰੇ ਇੱਕ ਸਿਸਟਮ ਦੇ ਤੌਰ ਤੇ, ਕਲੀਜੀਅਮ ਸਿਸਟਮ ਦੇ ਤੌਰ ਤੇ। ਤਾਂ ਕੁਐਸਚਨ ਪੁੱਛਿਆ ਗਿਆ ਹੈ, ਕਹਿੰਦੇ ਕਿਹੜੇ ਸਾਲ ਦੇ ਵਿੱਚ ਕਲੀਜੀਅਮ ਸਿਸਟਮ ਬਣਾਇਆ ਗਿਆ ਸੀਗਾ ਫॉर द अपॉइंटमेंट ऑफ जजेस अडॉप्टेड बाय द सुप्रीम कोर्ट। द आंसर इज 1993। ਉਸ ਤੋਂ ਬਾਅਦ ਅੱਗੇ ਨੈਕਸਟ ਆਪਾਂ ਚੱਲਦੇ ਹਾਂ, ਐਡ ਹੌਕ ਜਜਿਸ ਦੀ ਗੱਲ ਕਰੀਏ। ਐਡ ਹੌਕ ਜਜਿਸ ਆਰ ਅਪॉइंटेड ਇਨ ਸੁਪਰੀਮ ਕੋਰਟ ਵੈਨ, ਕਦੋਂ? ਐਡ ਹੌਕ ਜਜਿਸ ਦੀ ਗੱਲ ਹੋ ਰਹੀ ਹੈ, ਟੈਂਪਰੇਰੀ ਬੇਸਿਸ ਤੇ ਜਜਿਸ ਨੂੰ ਅਪॉइंट ਕੀਤਾ ਜਾ ਰਿਹਾ ਹੈ। ਇਹ ਪ੍ਰੋਵੀਜ਼ਨ ਹੈਗਾ ਜੀ। ਪ੍ਰੋਵੀਜ਼ਨ ਕੀ ਕਹਿੰਦਾ ਹੈ? ਇਹ ਕਹਿੰਦਾ ਹੈ ਕਿ ਜਦੋਂ ਸੀਜੀਆਈ ਨੂੰ ਲੱਗੇ ਕਿ ਇੱਕ ਕੋਰਮ ਐਸਟੈਬਲਿਸ਼ ਨਹੀਂ ਹੋ ਪਾ ਰਿਹਾ, ਕੋਰਮ ਐਸਟੈਬਲਿਸ਼ ਨਹੀਂ ਹੋ ਪਾ ਰਿਹਾ, ਤਾਂ ਉਹ ਕੀ ਕਰਨਗੇ? ਉਹ ਕਿਸੇ ਹਾਈ ਕੋਰਟ ਦੇ ਜੱਜ ਨੂੰ, ਪਹਿਲਾਂ ਆਫ ਕੋਰਸ ਕੰਸਲਟੇਸ਼ਨ ਹੋਗੀ ਹੀ ਹੋਗੀ, ਪ੍ਰੈਜ਼ੀਡੈਂਟ ਦੀ ਪਰਮਿਸ਼ਨ ਵੀ ਚਾਹੀਦੀ ਹੋਏਗੀ, ਕੰਸਲਟੇਸ਼ਨ ਹੋਗੀ ਵਿਦ ਦੀ ਕੰਸਰਨਡ ਚੀਫ ਜਸਟਿਸ ਆਫ ਹਾਈ ਕੋਰਟ, ਤੇ ਜਿਹੜੇ ਹਾਈ ਕੋਰਟ ਦੇ ਜੱਜਸ ਅਵੇਲੇਬਲ ਹੋਣਗੇ ਤੇ ਉਹ ਕੁਆਲੀਫਿਕੇਸ਼ਨਸ ਪੱਖੋਂ ਸੁਪਰੀਮ ਕੋਰਟ ਦੇ ਜੱਜ ਬਣਨ ਦੇ ਪੂਰੇ ਲਾਇਕ ਨੇ, ਉਹਨਾਂ ਨੂੰ ਟੈਂਪਰੇਰੀ ਜੱਜ ਦੇ ਤੌਰ ਤੇ, ਐਡ ਹੌਕ ਜੱਜ ਦੇ ਤੌਰ ਤੇ ਸੁਪਰੀਮ ਕੋਰਟ ਵਿੱਚ ਲਿਆ ਕੇ ਰੱਖਿਆ ਜਾਏਗਾ। ਸੋ ਦ ਆਂਸਰ ਇਜ਼ ਇਨ ਦਿਸ ਕੇਸ ਇਜ਼ ਹਾਂਜੀ, there is no quorum of the judges available to hold the bench। ਜਾਂ ਆਪਾਂ ਕੇਸ ਦੀ ਗੱਲ ਕਰਦੇ ਹਾਂ ਤਾਂ ਉਰੇ ਕੋਰਮ ਐਸਟੈਬਲਿਸ਼ ਨਹੀਂ ਹੋ ਪਾ ਰਿਹਾ ਸੀਗਾ, ਤਾਂ ਕਰਕੇ ਤੁਸੀਂ ਐਡ ਹੌਕ ਜੱਜ ਨੂੰ ਉਰੇ ਲੈ ਕੇ ਆਏ ਸੀ। ਨੈਕਸਟ, the power of Supreme Court of India to decide disputes between center and state falls under which jurisdiction? ਹਾਂਜੀ, ਹੁਣ ਸੁਪਰੀਮ ਕੋਰਟ ਕੋਲ ਇਹ ਤਾਂ ਹੈ ਨਹੀਂ ਕਿ ਡਾਇਰੈਕਟ ਕੋਈ ਕੇਸ ਪਹੁੰਚ ਗਿਆ। ਸੁਪਰੀਮ ਕੋਰਟ ਕੋਲ ਕੁਝ ਫੰਡਾਮੈਂਟਲ ਰਾਈਟਸ ਨਾਲ ਸੰਬੰਧਿਤ ਕੇਸ ਜਾ ਸਕਦੇ, ਕੁਝ ਕਨਸਟੀਟਿਊਸ਼ਨਲ ਇੰਟਰਪ੍ਰੀਟੇਸ਼ਨ ਦੇ ਕੇਸ ਜਾ ਸਕਦੇ, ਕੁਝ ਇਹ ਹੋ ਸਕਦਾ ਕਿ ਅਪੀਲੇਟ ਬੇਸਿਸ ਤੇ ਕੁਝ ਕੇਸ ਜਾਣ। ਤਾਂ ਸੁਪਰੀਮ ਕੋਰਟ ਕੋਲ ਜਿਹੜੀ ਪਾਵਰਸ ਹੈ ਜਾਂ ਸੁਪਰੀਮ ਕੋਰਟ ਕੋਲ ਜਿਹੜੇ ਕੇਸ ਹੈ ਉਹ ਅਲੱਗ-ਅਲੱਗ ਡਾਇਮੈਂਸ਼ਨਸ ਤੋਂ ਆ ਰਹੇ। ਜਿਹੜਾ ਸੁਪਰੀਮ ਕੋਰਟ ਦਾ ਕੇਸ ਉਰੇ ਆਪਾਂ ਗੱਲ ਕਰ ਰਹੇ ਹਾਂ, ਉਰੇ ਆਪਾਂ ਸੈਂਟਰ ਤੇ ਸਟੇਟ ਦੇ ਡਿਸਪਿਊਟ ਦੀ ਗੱਲ ਕਰ ਰਹੇ ਹਾਂ ਜਾਂ ਫਿਰ ਸਟੇਟ ਦੇ ਆਪਸ ਦੇ ਡਿਸਪਿਊਟ ਦੀ ਗੱਲ ਕਰ ਰਹੇ ਹਾਂ, ਉਹ ਓਰੀਜਨਲ ਜੁਰਿਸਡਿਕਸ਼ਨ ਦੇ ਵਿੱਚ ਜਾਂਦਾ ਹੈ। ਯਾਨੀ ਕਿ ਜੇ ਸੈਂਟਰ ਤੇ ਸਟੇਟ ਦੇ ਵਿੱਚ ਕੋਈ ਮਸਲਾ ਆ ਗਿਆ, ਉਹਨਾਂ ਦੇ ਵਿੱਚ ਕੋਈ ਇਸ਼ੂ ਆ ਰਿਹਾ, ਤਾਂ ਉਹ ਡਾਇਰੈਕਟਲੀ ਉਹ ਹਾਈ ਕੋਰਟ ਨੂੰ ਅਪਰੋਚ ਕਰਨਗੇ, ਉਹ ਸੁਪਰੀਮ ਕੋਰਟ ਨੂੰ ਅਪਰੋਚ ਕਰਨਗੇ। ਐਗਜ਼ਾਮਪਲ ਦੇ ਤੌਰ ਤੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਬਾਰਡਰ ਏਰੀਆਜ਼ ਦੇ ਵਿੱਚ ਬੀਐਸਐਫ ਦੀ ਜੁਰਿਸਡਿਕਸ਼ਨ ਵਧਾ ਦਿੱਤੀ ਗਈ ਸੀਗੀ ਯੂਨੀਅਨ ਗਵਰਨਮੈਂਟ ਦੁਆਰਾ। ਉਸ ਚੀਜ਼ ਨੂੰ ਅਪੋਜ਼ ਕਰਨ ਵਾਸਤੇ ਪੰਜਾਬ ਸਰਕਾਰ ਨੇ ਯੂਨੀਅਨ ਗਵਰਨਮੈਂਟ ਦੇ ਅਗੇਂਸਟ ਕੇਸ ਕੀਤਾ, ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ। ਤਾਂ ਦੋਹਾਂ ਧਿਰਾਂ ਦੇ, ਸੈਂਟਰ ਤੇ ਸਟੇਟ ਦੇ ਕੇਸ ਵਿੱਚ ਕੋਈ ਮਸਲਾ ਆ ਜਾਂਦਾ ਹੈ ਤਾਂ ਕੌਣ ਨਿਪਟਾਰਾ ਕਰੂਗਾ? ਸੁਪਰੀਮ ਕੋਰਟ ਨਿਪਟਾਰਾ ਕਰੂਗਾ। ਅੰਡਰ ਵਿਚ ਜੁਰਿਸਡਿਕਸ਼ਨ? ਅੰਡਰ ओरिजिनल जुरिस्डिक्शन। ओरिजिनल जुरिस्डिक्शन मतलब सुप्रीम कोर्ट ही उरे करने वाला है एट द फर्स्ट इंस्टेंस। बाकी जुरिस्डिक्शन ਜਿਹੜੀਆਂ ਨੇ ਉਹ ਆਪਾਂ ਅਗਲੇ ਕੁਐਸਚਨ ਜਦੋਂ ਆਣਗੇ ਆਪਾਂ ਉਹਨਾਂ ਨੂੰ ਕਵਰ ਉਦੋਂ ਕਰਦੇ ਰਹਿੰਦੇ। ਨੈਕਸਟ, which of the following statement is not true about the power of supreme court? ਸੁਪਰੀਮ ਕੋਰਟ ਦੀ ਪਾਵਰ ਜਾਂ ਅਧਿਕਾਰ ਖੇਤਰ ਤੋਂ ਦੇ ਨਾਲ ਸੰਬੰਧਿਤ ਕੁਐਸਚਨ ਹੈ ਇਹ। ਪਹਿਲੀ ਸਟੇਟਮੈਂਟ, it has exclusive power to issue writs to protect the fundamental rights of the people। ਐਕਸਕਲੂਸਿਵ ਪਾਵਰ ਮਤਲਬ ਸਿਰਫ ਔਰ ਸਿਰਫ ਆਹ ਪਾਵਰ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਕੋਲ ਹੀ ਹੈ, ਕਿਸੇ ਹੋਰ ਕੋਰਟ ਕੋਲ ਨਹੀਂ ਹੈ। It has exclusive power to issue writs to protect fundamental rights of the people। ਐਕਸਕਲੂਸਿਵ ਤਾਂ ਨਹੀਂ ਹੈ ਕਿ ਦੋਸਤੋ। ਆਰਟੀਕਲ 32 ਕੀ ਕਹਿੰਦਾ ਹੈ? ਆਰਟੀਕਲ 32 ਕਹਿੰਦਾ ਹੈ ਕਿ ਸੁਪਰੀਮ ਕੋਰਟ ਕੋਲ ਪਾਵਰ ਹੈਗੀ ਹੈ ਟੂ ਇਸ਼ੂ ਰਿਟਸ ਟੂ ਪ੍ਰੋਟੈਕਟ ਦ ਫੰਡਾਮੈਂਟਲ ਰਾਈਟਸ। ਪਰ ਆਰਟੀਕਲ 226 ਵੀ ਕੁਝ ਕਹਿੰਦਾ ਹੈ ਕਿ ਹਾਈ ਕੋਰਟ ਕੋਲ ਵੀ ਪਾਵਰ ਹੈਗੀ ਹੈ ਟੂ ਇਸ਼ੂ ਰਿਟਸ ਟੂ ਪ੍ਰੋਟੈਕਟ ਫੰਡਾਮੈਂਟਲ ਰਾਈਟਸ ਐਜ਼ ਵੈਲ ਐਜ਼ ਅਦਰ ਰਾਈਟਸ ਆਲਸੋ। ਤਾਂ ਪਹਿਲਾ ਸਟੇਟਮੈਂਟ ਜਿਹੜਾ ਹੋ ਗਿਆ ਉਹ ਹੋ ਚੁੱਕਾ ਹੈ ਇਨਕਰੈਕਟ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੇ, ਦੇਖਦੇ ਹਾਂ। ਹਾਂਜੀ, ਇਟ ਹੈਜ਼ ਓਰੀਜਨਲ ਐਂਡ ਐਕਸਕਲੂਸਿਵ ਜੁਰਿਸਡਿਕਸ਼ਨ ਇਨ ਇੰਟਰ ਗਵਰਨਮੈਂਟਲ ਡਿਸਪਿਊਟਸ। ਦੋ ਸਰਕਾਰਾਂ ਦੇ ਵਿੱਚ ਆਪਾਂ ਸੈਂਟਰ ਸਟੇਟ ਦੀ ਗੱਲ ਕੀਤੀ, ਸਟੇਟ ਦੀ ਗੱਲ ਕੀਤੀ, ਤਾਂ ਉੱਥੇ ਜੇ ਡਿਸਪਿਊਟ ਆ ਰਿਹਾ ਤਾਂ ਉੱਥੇ ਸੁਪਰੀਮ ਕੋਰਟ ਕੋਲ ਓਰੀਜਨਲ ਤੇ ਐਕਸਕਲੂਸਿਵ ਜੁਰਿਸਡਿਕਸ਼ਨ ਹੈ। ਦ ਆਂਸਰ ਇਜ਼ ਯੈਸ। then it has advisory jurisdiction on question of law or fact referred by the president। presidential reference ਤੇ ਆਪਾਂ ਪਹਿਲਾਂ ਵੀ ਕੁਐਸਚਨ ਕੀਤੇ ਹੋਏ ਆ ਤੇ ਮੈਂ ਉਮੀਦ ਕਰਦਾ ਕਿ ਇਸ ਵਾਰ ਪੇਪਰ ਵਿੱਚ presidential reference ਤੇ ਅੰਡਰ ਆਰਟੀਕਲ 143 presidential reference ਤੇ ਵੀ ਸਵਾਲ ਪੁੱਛਿਆ ਜਾਊਗਾ। then it has power to review its own judgment ਜਾਂ ਫਿਰ order। ਆਪਣੀ ਜਜਮੈਂਟ ਰਿਵਿਊ ਕਰਨ ਦਾ ਇਹਦੇ ਕੋਲ ਅਧਿਕਾਰ ਹੈ। the answer is yes। ਆਰਟੀਕਲ 137 ਦੇ ਤਹਿਤ
ਆਰਟੀਕਲ 137 ਦੇ ਤਹਿਤ ਸੁਪਰੀਮ ਕੋਰਟ ਕੋਲ ਪਾਵਰ ਹੈਗੀ ਹੈ ਟੂ ਰਿਵਿਊ ਇਟਸ ਔਨ ਜਜਮੈਂਟ। ਸੋ ਪਹਿਲਾ ਸਟੇਟਮੈਂਟ ਜਿਹੜਾ ਹੈਗਾ ਉਹ ਹੈਗਾ ਇਨਕਰੈਕਟ, ਕਿਉਂਕਿ ਇਹਦੇ ਕੋਲ ਐਕਸਕਲੂਸਿਵ ਪਾਵਰ ਨਹੀਂ ਹੈਗੀ ਟੂ ਇਸ਼ੂ ਰਿਟਸ ਟੂ ਪ੍ਰੋਟੈਕਟ ਦ ਫੰਡਾਮੈਂਟਲ ਰਾਈਟਸ। ਉਹ ਹਾਈ ਕੋਰਟ ਕੋਲ ਵੀ ਪਾਵਰ ਹੈਗੀ ਹੈ। ਚਲਿਏ ਨੈਕਸਟ ਆਪਾਂ ਚੱਲਦੇ ਹਾਂ ਉਸ ਤੋਂ ਬਾਅਦ। ਹਾਂਜੀ, ਆਰਟੀਕਲਸ ਤੇ ਉਹਨਾਂ ਦੇ ਨਾਲ ਸੁਪਰੀਮ ਕੋਰਟ ਦੇ ਬਾਕੀ ਪਾਵਰਸ ਤੇ ਫੰਕਸ਼ਨ। ਆਰਟੀਕਲ 124 ਸੁਪਰੀਮ ਕੋਰਟ to be a court of record, then article 143 advisory jurisdiction, फिर article 132 appellate jurisdiction, article 136 special leave to appeal by the supreme court। ਹੁਣ ਆਹ ਜਿਹੜੇ ਆਰਟੀਕਲਸ ਨੇ ਸਾਰੇ ਇੰਪੋਰਟੈਂਟ ਦੋਸਤੋ, ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ। ਆਰਟੀਕਲ 124 ਜਿਹੜਾ ਹੈਗਾ ਉਹ ਐਸਟੈਬਲਿਸ਼ਮੈਂਟ ਦੀ ਗੱਲ ਕਰਦਾ ਸੁਪਰੀਮ ਕੋਰਟ। 129 ਜਿਹੜਾ ਹੈ 129 ਗੱਲ ਕਰਦਾ ਹੈ ਸੁਪਰੀਮ ਕੋਰਟ ਦੇ ਐਜ਼ ਅ ਕੋਰਟ ਆਫ ਰਿਕਾਰਡ। ਤਾਂ 124 ਨਹੀਂ ਕਰਦਾ, 129 ਕਰਦਾ ਹੈ ਐਜ਼ ਅ ਕੋਰਟ ਆਫ ਰਿਕਾਰਡ। ਸੁਪਰੀਮ ਕੋਰਟ ਕੀ ਕਰ ਸਕਦੀ ਹੈ? ਸੁਪਰੀਮ ਕੋਰਟ ਬੇਸਿਕਲੀ ਜਿਹੜੇ ਸੁਪਰੀਮ ਕੋਰਟ ਦੇ ਕੋਈ ਡਾਇਰੈਕਸ਼ਨਸ ਨੇ ਜਾਂ ਕੋਈ ਬੇਸਿਕਲੀ ਜਜਮੈਂਟ ਹੈ, ਉਹਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ, ਉਹਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ, ਉਹਦੀ ਇੱਕ ਐਵੀਡੈਂਸ ਵਾਲੀ ਵੈਲਿਊ ਬਣ ਜਾਂਦੀ ਹੈ। ਇਹ ਕਹਿੰਦਾ ਆਰਟੀਕਲ 129। ਤੇ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਇੰਪੋਰਟੈਂਟ ਆਉਂਦੀ ਹੈ ਆਰਟੀਕਲ 129 ਦੇ ਵਿੱਚ, ਉਹ ਕੀ ਹੈ ਕਿ ਉਰੇ ਆਪਾਂ ਕੰਟੈਂਪਟ ਆਫ ਕੋਰਟ ਦੇ ਪਾਰ ਦੀ ਵੀ ਗੱਲ ਕਰਦੇ ਹਾਂ। ਕੰਟੈਂਪਟ ਆਫ ਕੋਰਟ, ਸੁਪਰੀਮ ਕੋਰਟ ਦੀ ਜੇ ਕੋਈ ਹਾਰਸ਼ ਤੇ ਆਊਟ ਆਫ ਦ ਵੇ ਜਾ ਕੇ ਕ੍ਰਿਟਿਸਿਜ਼ਮ ਕਰੂਗਾ ਜੋ ਕਿ ਰੈਸ਼ਨਲ ਨਹੀਂ ਹੈਗਾ, ਤਾਂ ਕੋਰਟ ਉਰੇ ਕੰਟੈਂਪਟ ਵੀ ਲਗਾ ਦਿੰਦਾ ਹੈ। ਕੰਟੈਂਪਟ ਉਰੇ ਸਿਵਲ ਤੇ ਕ੍ਰਿਮੀਨਲ ਦੋਨੋਂ ਟਾਈਪ ਦਾ ਹੁੰਦਾ ਹੈ ਜੀ। ਤਾਂ ਆਰਟੀਕਲ 129 ਤੋਂ ਹੀ ਕੋਰਟ ਆਫ ਕੰਟੈਂਪਟ ਦੀ ਜਿਹੜੀ ਪਾਵਰ ਹੈ ਸੁਪਰੀਮ ਕੋਰਟ ਡਿਰਾਈਵ ਕਰਦਾ। 143 ਪਹਿਲਾਂ ਹੀ ਦੱਸ ਚੁੱਕਿਆ ਤੁਹਾਨੂੰ ਕਿ ਉਹ ਹੈਗਾ ਐਡਵਾਈਜ਼ਰੀ ਜੁਰਿਸਡਿਕਸ਼ਨ ਆਫ ਸੁਪਰੀਮ ਕੋਰਟ। ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਆਰਟੀਕਲ 143 ਨੂੰ ਯੂਜ਼ ਕਰਕੇ ਸੁਪਰੀਮ ਕੋਰਟ ਤੱਕ ਜਾਂਦਾ ਹੈ ਤੇ ਸੁਪਰੀਮ ਕੋਰਟ ਉਸ ਤੇ ਆਪਣਾ ਐਡਵਾਈਜ਼ਰੀ ਓਪੀਨੀਅਨ ਜਾਰੀ ਕਰਦਾ ਹੈ, ਜੋ ਕਿ ਹੁਣੇ ਪਿਛਲੇ ਹੀ ਦਿਨੀ ਕੀਤਾ ਵੀ ਗਿਆ ਸੀ। 132 ਜਿਹੜਾ ਹੈਗਾ 132 ਦੀ ਗੱਲ ਕਰੀਏ ਤਾਂ ਉਹ ਅਪੀਲੇਟ ਜੁਰਿਸਡਿਕਸ਼ਨ ਆਫ ਸੁਪਰੀਮ ਕੋਰਟ ਨਾਲ ਜੁੜਿਆ ਹੋਇਆ। ਦੀ ਆਨਸਰ ਇਜ਼ ਯੈਸ। ਉਰੇ ਤੁਸੀਂ ਦੇਖੋਗੇ ਜਦੋਂ ਵੀ ਹਾਈ ਕੋਰਟ ਤੋਂ ਕੋਈ ਵੀ ਮੈਟਰ ਡਿਸਾਈਡ ਹੁੰਦਾ ਹੈ ਤਾਂ ਉਦੋਂ ਉੱਪਰ ਅਪੀਲੇਟ ਅਥਾਰਟੀ ਕਿਤੇ ਲਾਈ ਕਰਦੀ ਹੈ? ਉਹ ਕਰਦੀ ਹੈ ਸੁਪਰੀਮ ਕੋਰਟ ਕੋਲ ਲਾਈ। ਤਾਂ 132 ਜਿਹੜਾ ਹੈਗਾ ਉਹ ਕਨਸਟੀਟਿਊਸ਼ਨਲ ਮੈਟਰਸ ਨਾਲ ਡੀਲ ਕਰਦਾ ਹੈ। 133 ਜਿਹੜਾ ਹੈਗਾ ਉਹ ਸਿਵਲ ਮੈਟਰਸ ਨਾਲ ਡੀਲ ਕਰਦਾ ਹੈ। 134 ਜਿਹੜਾ ਹੈਗਾ ਉਹ ਕ੍ਰਿਮੀਨਲ ਮੈਟਰਸ ਨਾਲ ਡੀਲ ਕਰਦਾ ਹੈ। ਤੁਸੀਂ 132 ਯਾਦ ਰੱਖੋ that and it is linked to appellate jurisdiction of supreme court। 136 ਜਿਹੜਾ ਹੈਗਾ ਸਪੈਸ਼ਲ ਲੀਵ ਹੈ ਜੀ, ਅਗੇਨ ਵੈਰੀ ਇੰਪੋਰਟੈਂਟ ਪਾਵਰ ਐਟ ਦ ਹੈਂਡਸ ਆਫ ਸੁਪਰੀਮ ਕੋਰਟ। ਸੁਪਰੀਮ ਕੋਰਟ ਕੀ ਇਹ ਆਰਟੀਕਲ 136 ਕੀ ਕਹਿੰਦਾ ਹੈ? ਕਹਿੰਦਾ ਕੋਈ ਵੀ ਕੋਰਟ ਹੋਵੇ, ਕੋਈ ਵੀ ਟ੍ਰਾਈਬਿਊਨਲ ਹੋਵੇ, ਉਹਦਾ ਕੋਈ ਆਰਡਰ ਹੋਵੇ, ਉਹਦੀ ਅਪੀਲ ਸੁਪਰੀਮ ਕੋਰਟ ਸੁਣ ਸਕਦਾ ਹੈ। ਇਸ ਸੁਪਰੀਮ ਕੋਰਟ ਕੋਲ ਇੱਕ ਡਿਸਕ੍ਰਿਸ਼ਨਰੀ ਪਾਵਰ ਹੈ। ਸੁਪਰੀਮ ਕੋਰਟ ਚਾਹੇ ਤਾਂ ਤੁਹਾਡੀ ਅਰਜੀ ਜਿਹੜੀ ਹੈਗੀ ਆ ਉੱਥੇ ਪਟੀਸ਼ਨ, ਉਹਨੂੰ ਉੱਥੇ ਹੀ ਖਾਰਿਜ ਕਰ ਦੇ, ਉਹ ਚਾਹੇ ਤਾਂ ਐਕਸੈਪਟ ਵੀ ਕਰ ਸਕਦਾ ਹੈ। ਬਾਕੀਆਂ ਦੇ ਕੇਸ 'ਚ 132 133 134 ਉਰੇ ਹਾਈ ਕੋਰਟ ਤੋਂ ਹੀ ਅੱਗੇ ਅਪੀਲੇਟ ਜਾ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ। ਪਰ ਕੋਈ ਨਾਰਮਲ ਕੋਰਟ ਹੈ, ਕੋਈ ਨਾਰਮਲ ਟ੍ਰਾਈਬਿਊਨਲ ਹੈ, ਉਹਦੇ ਆਰਡਰ ਦੇ ਅਗੇਂਸਟ ਅਪੀਲੇਟ ਜੁਰਿਸਡਿਕਸ਼ਨ ਕਿੱਥੇ ਲਾਈ ਕਰ ਰਹੀ ਸੁਪਰੀਮ ਕੋਰਟ ਕੋਲ। ਤੇ ਸੁਪਰੀਮ ਕੋਰਟ ਕਹਿੰਦਾ ਮੈਂ ਸੁਣ ਵੀ ਲਊਂਗਾ ਪਰ ਇਹ ਮੇਰੀ ਡਿਸਕ੍ਰਿਸ਼ਨ ਹੈ, ਮੇਰੀ ਮਰਜ਼ੀ ਹੈ। ਤਾਂ 136 ਤੁਹਾਡਾ ਰਾਈਟ ਨਹੀਂ ਹੈਗਾ, ਸੁਪਰੀਮ ਕੋਰਟ ਦੀ ਡਿਸਕ੍ਰਿਸ਼ਨਰੀ ਪਾਵਰ ਹੈਗੀ ਹੈ, ਸਪੈਸ਼ਲ ਲੀਵ ਹੈ, ਸਪੈਸ਼ਲ ਲੀਵ ਟੂ ਅਪੀਲ ਬਾਈ ਸੁਪਰੀਮ ਕੋਰਟ। ਸੋ ਆਰਟੀਕਲ 124 ਇਜ਼ ਨਾਟ ਕਰੈਕਟਲੀ ਮੈਚਡ ਇਨ ਦਿਸ ਕੇਸ। 129 ਹੋਣਾ ਚਾਹੀਦਾ ਸੀਗਾ, ਤਾਂ ਇਹ ਹੈਪਨਸ ਟੂ ਬੀ ਦ ਰਾਈਟ ਆਂਸਰ ਇਨ ਦਿਸ ਕੇਸ। Next, which article of the Constitution permits Supreme Court to review its own judgment or order? ਹਾਂਜੀ, ਵੀਡੀਓ ਨੂੰ ਪੌਜ਼ ਕਰੋ ਤੇ ਪਿਛਲੇ 4 ਕੁਐਸਚਨ ਪਹਿਲਾਂ ਮੈਂ ਇਹਦਾ ਆਨਸਰ ਦੱਸਿਆ। ਇਹਦਾ ਆਨਸਰ ਹੈਗਾ ਆਰਟੀਕਲ 137। ਇਸ ਆਰਟੀਕਲ ਨੂੰ ਯਾਦ ਕਰਕੇ ਰੱਖੋ। ਆਪਦੇ ਹੀ ਜਜਮੈਂਟ ਨੂੰ ਰਿਵਿਊ ਕੀਤਾ ਜਾ ਸਕਦਾ ਸੁਪਰੀਮ ਕੋਰਟ ਦੁਆਰਾ ਆਰਟੀਕਲ 137 ਦੇ ਅਕੋਰਡਿੰਗ। ਨੈਕਸਟ, with reference to the Constitution of India,
prohibitions or limitations in ordinary laws cannot act as prohibitions on constitutional powers under article 142। ਹੁਣ स्टेटमेंट बड़ी खतरनाक लग रही है, पर दोस्तों ਤੁਹਾਨੂੰ आर्टिकल 142 जानना जरूरी। आर्टिकल 142 की कहता है, सिंपल है जी ਉਹਦਾ। ਆਰਟੀਕਲ 142 ਨੂੰ ਯੂਜ਼ ਕਰਕੇ ਸੁਪਰੀਮ ਕੋਰਟ ਕੰਪਲੀਟ ਜਸਟਿਸ ਕਰ ਸਕਦੀ ਹੈ। ਕੰਪਲੀਟ ਜਸਟਿਸ, ਕੰਪਲੀਟ ਜਸਟਿਸ मतलब ਆਰਟੀਕਲ 142 ਨੂੰ ਯੂਜ਼ ਕਰਕੇ ਸੁਪਰੀਮ ਕੋਰਟ ਕੀ ਕਰ ਸਕਦੀ ਹੈ, ਸੁਪਰੀਮ ਕੋਰਟ ਕੋਈ ਰੂਲਸ ਬਣਾ ਸਕਦੀ ਹੈ। ਜੇ ਕਿਤੇ ਕਿਸੇ ਮਾਮਲੇ ਦੇ ਵਿੱਚ ਕੋਈ ਲਾਅ ਨਹੀਂ ਹੈਗਾ ਤਾਂ ਸੁਪਰੀਮ ਕੋਰਟ ਗਾਈਡਲਾਈਨਸ ਜਾਰੀ ਕਰ ਸਕਦੀ ਹੈ। एग्जाम्पल ਤੁਸੀਂ ਸੁਣਿਆ ਹੋਗਾ ਵਿਸ਼ਾਖਾ ਗਾਈਡਲਾਈਨਸ। ਵਿਸ਼ਾਖਾ ਗਾਈਡਲਾਈਨ ਸੁਪਰੀਮ ਕੋਰਟ ਨੇ ਗਾਈਡਲਾਈਨਸ ਜਾਰੀ ਕੀਤੀ ਸੀਗੀਆਂ ਕਿਉਂਕਿ ਇੱਕ ਜਦੋਂ ਕਿਉਂਕਿ ਉਸ ਟਾਈਮ ਤੇ ਆਪਣੇ ਕੋਲ ਜਿਵੇਂ ਕੋਈ ਵਰਕ ਪਲੇਸ ਹੈਗਾ ਤਾਂ ਵਰਕ ਪਲੇਸ ਦੇ ਕੇਸ 'ਚ ਕੋਈ ਗਾਈਡਲਾਈਨ ਜਾਂ ਲਾਅ ਨਹੀਂ ਸੀਗਾ ਕਿ ਕਿੱਦਾਂ ਸੈਕਸ਼ੂਅਲ ਹਰਾਸਮੈਂਟ ਨੂੰ ਉੱਥੇ ਰੋਕਿਆ ਜਾ ਸਕਦਾ। ਤਾਂ ਉਸ ਚੀਜ਼ ਨੂੰ, ਉਸ ਲੀਗਲ ਵੈਕਿਊਮ ਨੂੰ ਭਰਨ ਵਾਸਤੇ ਸੁਪਰੀਮ ਕੋਰਟ ਨੇ ਆਪਣੀ ਗਾਈਡਲਾਈਨਸ ਜਾਰੀ ਕਰ ਦਿੱਤੀ ਸੀਗੀਆਂ ਆਰਟੀਕਲ 142 ਨੂੰ ਯੂਜ਼ ਕਰਕੇ। ਜਿਵੇਂ ਸੁਪਰੀਮ ਕੋਰਟ ਨੂੰ ਲੱਗਦਾ ਕਿ ਕੰਪਲੀਟ ਜਸਟਿਸ ਹੋ ਸਕਦਾ, ਜੁਡੀਸ਼ੀਅਲ ਐਕਟਿਵਿਜ਼ਮ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ 142 ਨਾਲ ਲਿੰਕ ਹੁੰਦਾ ਦੋਸਤੋ। ਉਹਦੇ ਰਾਹੀਂ ਸੁਪਰੀਮ ਕੋਰਟ ਕੀ ਕਹੂਗਾ, ਸੁਪਰੀਮ ਕੋਰਟ ਕਹੇਗਾ ਕਿ ਹਾਂ ਭਾਈ ਐਮਸੀ ਮਹਿਤਾ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ ਵੀ ਹੁਣ ਰਾਈਟ ਟੂ ਕਲੀਨ এনवायरमेंट ਵੀ ਫੰਡਾਮੈਂਟਲ ਰਾਈਟ। ਇੱਕ ਕ੍ਰੀਏਟਿਵ ਇੰਟਰਪ੍ਰੀਟੇਸ਼ਨ ਦੀ ਗੱਲ ਕਰਦਾ ਸੁਪਰੀਮ ਕੋਰਟ, ਤਾਂ ਉਰੇ ਲਿਮਿਟ ਨਹੀਂ ਹੋ ਰਿਹਾ ਸੁਪਰੀਮ ਕੋਰਟ। ਤੁਸੀਂ ਆ ਦੇਖੋ ਸਟੇਟਮੈਂਟ ਪੜੋ, ਵਿਦ ਰੈਫਰੈਂਸ ਟੂ ਦ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੋਹਿਬਿਸ਼ਨਸ ਔਰ ਲਿਮਿਟੇਸ਼ਨਸ ਇਨ ਆਰਡੀਨਰੀ ਲਾਜ਼। ਆਪਾਂ ਸੈਪਰੇਸ਼ਨ ਆਫ ਪਾਵਰ ਦੀ ਗੱਲ ਕਰ ਰਹੇ ਹਾਂ, ਪਰ ਉਰੇ ਤਾਂ ਸੁਪਰੀਮ ਕੋਰਟ ਲੀਗਲ ਵੈਕਿਊਮ ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਸੈਪਰੇਸ਼ਨ ਆਫ ਪਾਵਰ ਜਿਹੜਾ ਹੈਗਾ ਉਹ ਵਾਟਰ ਟਾਈਟ ਸੈਪਰੇਸ਼ਨ ਨਹੀਂ ਹੈਗਾ, ਫੰਕਸ਼ਨਲ ਹੈਗਾ। ਉਰੇ ਸੁਪਰੀਮ ਕੋਰਟ ਲਾਅ ਮੇਕਿੰਗ ਦੇ ਬੋਡੀ ਦੇ ਤੌਰ ਤੇ ਐਕਟ ਕਰ ਰਿਹਾ, ਇੱਕ ਐਗਜ਼ੀਕਿਊਟਿਵ ਬੋਡੀ ਦੇ ਐਕਟ ਦੇ ਤੌਰ ਤੇ ਵੀ ਐਕਟ ਕਰ ਰਿਹਾ। So, limitations in ordinary laws cannot act as prohibitions on constitutional powers under Article 142। ਦਾ ਮਤਲਬ ਕੀ ਹੈ ਕਿ Supreme Court is not constrained in exercise of its power by laws made by the Parliament। ਇਹ ਹੈ 142। 142 ਬਹੁਤ ਪਾਵਰਫੁਲ ਇੰਸਟਰੂਮੈਂਟ ਹੈ ਆਪਣੀ ਸੁਪਰੀਮ ਕੋਰਟ ਕੋਲ, ਰਾਈਟ। ਸੋ ਅੱਗੇ ਵਧਦੇ ਹਾਂ। ਇਸ ਤੋਂ ਬਾਅਦ ਆਪਾਂ in the essence what does due process of law mean। ਹੁਣ ਇਹ ਵੀ यूपीएससी ਦਾ PYQ ਹੈ ਜੀ, ਤੇ ਇਹ ਕੁਐਸਚਨ ਡਾਇਰੈਕਟਲੀ ਡਿਟੋ ਵਰਡ ਬਾय ਵਰਡ ਤੁਹਾਡੇ ਪੇਪਰ ਵਿੱਚ ਵੀ ਆ ਸਕਦਾ। in essence due process of law ਕੀ मतलब ਰੱਖਦਾ ਹੈ? due process of law पहला ऑप्शन है the principle of natural justice, फिर procedure established by law, फिर fair application of law, फिर equality before। ਹੁਣ ਡਿਊ ਪ੍ਰੋਸੈਸ ਆਫ ਲਾਅ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਕਿਹੜੇ ਆਰਟੀਕਲ ਨਾਲ ਲਿੰਕ ਕਰਕੇ ਪੜ੍ਹਦੇ ਹੋ? ਆਰਟੀਕਲ 21 ਨਾਲ। ਤੇ ਜਦੋਂ ਮਨੇਕਾ ਗਾਂਧੀ ਜਜਮੈਂਟ ਦੀ ਗੱਲ ਕਰਦੇ ਆ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ, ਆਪਾਂ ਕਹਿੰਦੇ ਕਿ ਸਿਰਫ ਵੀ ਆਰ ਗੋਇੰਗ ਉਰੇ ਸਿਰਫ ਪ੍ਰੋਸੀਜਰ ਐਸਟੈਬਲਿਸ਼ ਬਾਈ ਲਾਅ ਨਹੀਂ ਹੈਗਾ, ਉਰੇ ਆਪਾਂ ਡਿਊ ਪ੍ਰੋਸੈਸ ਆਫ ਲਾਅ ਦੀ ਗੱਲ ਕਰ ਰਹੇ ਹਾਂ। ਡਿਊ ਪ੍ਰੋਸੈਸ ਆਫ ਲਾਅ ਆਪਾਂ ਅਮਰੀਕਨ ਕਨਸਟੀਟਿਊਸ਼ਨ ਦਾ ਐਕਸੈਪਟ ਕੀਤਾ ਸੀ। ਡਿਊ ਪ੍ਰੋਸੈਸ ਆਫ ਲਾਅ ਦਾ ਮਤਲਬ ਇਹ ਹੈ ਕਿ ਤੁਸੀਂ ਉਰੇ ਨੈਚੁਰਲ ਜਸਟਿਸ ਦੀ ਗੱਲ ਕਰ ਕਿ ਇੱਕ ਲੀਗਲ ਜਸਟਿਸ ਹੈਗਾ ਹੀ ਹੈ, ਪਰ ਉਸ ਤੋਂ ਉੱਤੇ ਵੀ ਕੋਈ ਜਸਟਿਸ ਹੈਗਾ। ਉਹ ਜਸਟਿਸ ਹੈਗਾ नेचर का बनाया हुआ जस्टिस, नेचुरल जस्टिस। ड्यू प्रोसेस ऑफ लॉ बाय द प्रिंसिपल ऑफ नेचुरल जस्टिस हैपेंस टू बी लिंकिंग टू द ड्यू प्रोसेस ऑफ लॉ। कुदरत का बनाया ਜਿਹੜਾ ਕਾਨੂੰਨ ਹੈ ਉਸ ਤੋਂ ਉੱਤੇ ਕੋਈ ਕਾਨੂੰਨ ਨਹੀਂ ਹੈਗਾ, ਪਰ ड्यू प्रोसेस ऑफ लॉ ਉਹਨੂੰ ਫੋਲੋ ਕਰਦਾ ਹੈ। सो A is the right answer। Then appointment of governor in a state is made as per the provision। ਹੁਣ ਫੈਕਚੁਅਲ ਕੁਐਸਚਨ ਹੈ ਜੀ, ਗਵਰਨਰ ਦੀ ਅਪਾਇੰਟਮੈਂਟ ਨਾਲ ਡਾਇਰੈਕਟ ਕੁਐਸਚਨ ਲਿੰਕ ਹੋ ਰਿਹਾ ਹੈ ਆਰਟੀਕਲ 155। ਫਿਰ ਹੈ ਜੀ ਅਪਾਇੰਟਮੈਂਟ ਦੇ ਨਾਲ ਹੀ ਅਗੇਨ ਗਵਰਨਰ ਦੀ, ਗਵਰਨਰ ਇਜ਼ ਅਪਾਇੰਟਡ ਬਾय द प्रेसिडेंट, he holds office of he holds office during the pleasure of the president, then is the head of state's executive power,
then normally holds office for 5 years. ਗਵਰਨਰ ਨੂੰ ਅਪਾਇੰਟ ਕੌਣ ਕਰਦਾ ਹੈ? ਪ੍ਰੈਜ਼ੀਡੈਂਟ ਕਰਦਾ ਹੈ। ਫਿਰ ਪੂਰੇ ਗਵਰਨਰ ਦਾ ਜਿਹੜਾ ਆਫਿਸ ਹੈ ਇਟ ਇਜ਼ ਐਟ ਦ ਮਰਸੀ ਐਂਡ ਇਟ ਇਜ਼ ਐਟ ਦ ਮਰਸੀ ਆਫ ਦ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਦੇ ਪਲੇਜਰ ਤੇ ਡਿਪੈਂਡ ਕਰਦਾ। ਪ੍ਰੈਜ਼ੀਡੈਂਟ ਨੂੰ ਲੱਗਦਾ ਕਿ ਹੁਣ ਇਹਨੂੰ ਹਟਾਉਣਾ ਚਾਹੀਦਾ ਤਾਂ ਹਟਾ ਸਕਦੇ। ਦੈਨ ਗਵਰਨਰ ਜਿਹੜੇ ਹੈਗੇ ਆ ਉਹ ਸਟੇਟ ਦੇ ਐਗਜ਼ੀਕਿਊਟਿਵ ਪਾਵਰ ਦੇ ਹੈਡ ਹੈਗੇ ਆ। ਯੈਸ। ਦੈਨ ਨੋਰਮਲ ਟੈਨਿਓਰ ਜਿਹੜਾ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨਡ ਹੈ ਕਿ ਉਹ 5 ਇਅਰਸ ਹੈ। ਦ ਆਂਸਰ ਇਜ਼ ਯੈਸ। 1 2 3 4 all of the above is the right answer। ਉਸ ਤੋਂ ਮਗਰੋਂ ਨੈਕਸਟ ਆਪਾਂ ਚੱਲਦੇ ਹਾਂ ਗਵਰਨਰ ਨਾਲ ਲਿੰਕ ਹੈ ਜੀ। ਕਹਿੰਦੇ ਕਿਹੜੀ ਸਟੇਟਮੈਂਟ ਕਰੈਕਟ ਨੇ? ਸੋ the same person cannot be appointed as a governor for 2 or more states at the same time। ਹੁਣ ਇਹ ਸਟੇਟਮੈਂਟ ਵੀ ਇਨਕਰੈਕਟ ਹੈ। then judges of high court are appointed by the governor just as supreme court judges are appointed by the president। ਨਹੀਂ, appointment ਜਿਹੜੀ judges ਦੀ ਹੈਗੀ ਹੈ ਉਹ ਕੌਣ ਕਰਦਾ ਹੈ? ਉਹ president ਹੀ ਕਰਦਾ ਹੈ। removal ਕੌਣ ਕਰਦਾ ਹੈ? president ਕਰਦਾ ਹੈ। ਫਿਰ no procedure has been laid down in the constitution for removal of governor from his या फिर her post। ਉਸ ਤੋਂ ਅੱਗੇ statement ਡੀ ਪੜ੍ਹਦੇ ਇੱਕ ਵਾਰੀ। in union territory with legislature the chief minister is appointed by the lieutenant governor on the basis of majority support। this is also wrong। C ਜਿਹੜਾ ਹੈਗਾ ਉਹ ਹੈਗਾ ਸਹੀ ਆਨਸਰ। ਕੋਈ ਵੀ ਪ੍ਰੋਸੀਜਰ ਲੇਟ ਨਹੀਂ ਕੀਤਾ ਗਿਆ ਕਨਸਟੀਟਿਊਸ਼ਨ ਦੇ ਵਿੱਚ ਫॉर ਰਿਮੂਵਲ ਆਫ ਗਵਰਨਰ ਫਰੋਮ ਹਿਸ ਪੋਸਟ। ਕਿਉਂ? ਪਿੱਛੇ ਪੜਿਆ ਸੀਗਾ ਕਿ ਦ ਗਵਰਨਰ ਇਜ਼ ਹੋਲਡਿੰਗ ਆਫਿਸ ਡਿਊਰਿੰਗ ਦ ਪਲੇਜ਼ਰ ਆਫ ਦ ਪ੍ਰੈਜ਼ੀਡੈਂਟ। ਕੋਈ ਇੰਪੀਚਮੈਂਟ ਕੋਈ ਕੁਝ ਵੀ ਕੋਈ ਪ੍ਰੋਸੀਜਰ ਗਵਰਨਰ ਲਈ ਐਪਲੀਕੇਬਲ ਨਹੀਂ ਹੁੰਦਾ। ਰਾਈਟ। ਤੇ ਡੀ ਦੀ ਆਪਾਂ ਗੱਲ ਕਰੀਏ ਤਾਂ ਉਰੇ ਅਪਾਇੰਟਮੈਂਟ ਜਿਹੜੀ ਹੈਗੀ ਹੈ ਇਟ ਇਜ਼ ਨਾਟ ਬਾय द LT ਗਵਰਨਰ। ਨੈਕਸਟ ਗਵਰਨਰ ਦੇ ਅਗੇਂਸਟ ਸੈਂਡਿੰਗ ਅ ਰਿਪੋਰਟ ਟੂ ਦ ਪ੍ਰੈਜ਼ੀਡੈਂਟ ਡਿਸਕ੍ਰਿਸ਼ਨਰੀ ਪਾਵਰ ਦੀ ਗੱਲ ਹੋ ਰਹੀ ਹੈ ਬੇਸਿਕਲੀ। ਜੋ ਦ ਫੋਲੋਇੰਗ ਆਰ ਡਿਸਕ੍ਰਿਸ਼ਨਰੀ ਪਾਵਰਸ ਗਿਵਨ ਟੂ ਦ ਗਵਰਨਰ ਆਫ ਦ ਸਟੇਟ। ਪਹਿਲਾ ਹੈ sending a report to the president for imposing president's rule, then appointing ministers, then reserving certain bills passed by state legislature for consideration of president, then making rules to conduct the business of the state government। ਕਹਿੰਦੇ ਕਿਹੜੇ ਕੇਸ 'ਚ ਡਿਸਕ੍ਰਿਸ਼ਨਰੀ ਪਾਵਰ ਜਿਹੜੀ ਹੈਗੀ ਹੈ ਗਵਰਨਰ ਦੀ ਲਾਗੂ ਹੁੰਦੀ ਹੈ? ਨਹੀਂ ਤਾਂ ਗਵਰਨਰ ਜਿਹੜਾ ਹੈਗਾ ਇੰਕਲੂਡਿੰਗ ਪ੍ਰੈਜ਼ੀਡੈਂਟ ਦੇ ਆਰ ਬਾਉਂਡ ਬਾय द ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰਸ। ਕਿਹੜੇ ਕੇਸ 'ਚ ਗਵਰਨਰ ਹੈਗਾ ਜਿਹੜਾ ਡਿਸਕ੍ਰਿਸ਼ਨਰੀ ਪਾਵਰ ਯੂਜ਼ ਕਰ ਸਕਦਾ ਹੈ? ਜਦੋਂ ਵੀ ਆਰਟੀਕਲ 356 ਨੂੰ ਇੰਪਲੀਮੈਂਟ ਕਰਵਾਉਣਾ ਹੈ ਤਾਂ ਉਹਦੇ ਲਈ ਕ੍ਰਾਈਟੇਰੀਆ ਕੀ ਹੈ ਕਿ ਉਹ 356 ਕਦੋਂ ਇੰਪਲੀਮੈਂਟ ਹੁੰਦਾ ਹੈ? ਜਦੋਂ ਪਤਾ ਲੱਗਦਾ ਹੈ ਕਿ ਕਨਸਟੀਟਿਊਸ਼ਨਲ ਮਸ਼ੀਨਰੀ ਜਿਹੜੀ ਹੈਗੀ ਹੈ ਸਟੇਟ ਦੇ ਵਿੱਚ ਉਹ ਫੇਲ ਹੋ ਚੁੱਕੀ ਹੈ। ਤਾਂ ਹੁਣ ਜੇ 356 ਲਾਗੂ ਹੋਊਗਾ ਤਾਂ ਤੁਸੀਂ ਦੇਖੋਗੇ ਜਿਹੜੀ ਉੱਥੇ ਦੀ ਸਰਕਾਰ ਹੈ ਚੁਣੀ ਹੋਈ ਜਿਹੜੀ ਸਰਕਾਰ ਹੈ ਉਹ ਸਸਪੈਂਡ ਹੋ ਰਹੀ, ਉਹ ਪਿਕਚਰ ਤੋਂ ਹਟਣ ਵਾਲੀ ਹੈ। ਤਾਂ ਉਹ ਕਿਉਂ ਚਾਹੂਗੀ ਕਿ ਅਸੀਂ ਆਪਣੇ ਪਿਕਚਰ ਤੋਂ ਹਟੀਏ? ਤਾਂ ਉਹ ਕਦੇ ਵੀ ਐਡਵਾਈਜ਼ ਨਹੀਂ ਕਰਨਗੇ ਕਿ ਆਪਣੀ ਸਟੇਟ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲੱਗ ਜਾਏ। ਤਾਂ ਉਹਦੇ ਲਈ ਪ੍ਰੈਜ਼ੀਡੈਂਟ ਰੂਲ ਜਦੋਂ ਕਾਲ ਕਰਨਾ ਤਾਂ ਪ੍ਰੈਜ਼ੀਡੈਂਟ ਰੂਲ ਦੇ ਕੇਸ 'ਚ ਗਵਰਨਰ ਨੂੰ ਡਿਸਕ੍ਰਿਸ਼ਨਰੀ ਪਾਵਰ ਆਪਣੇ ਆਪ ਐਕਸਰਸਾਈਜ਼ ਕਰਨੀ ਪੈਣੀ ਹੈ। ਦੈਨ ਹੀ ਇਜ਼ ਨਾਟ ਬਾਉਂਡ ਬਾਈ ਦ ਐਡਵਾਈਸ ਆਫ ਸੀਓ। ਤਾਂ ਪਹਿਲੇ ਕੇਸ 'ਚ ਦਿਸ ਇਜ਼ ਕਰੈਕਟ। ਦੈਨ ਅਪਾਇੰਟਿੰਗ ਦ ਮਿਨਿਸਟਰਸ। ਮਿਨਿਸਟਰਸ ਜਦੋਂ ਅਪਾਇੰਟ ਕਰਨੇ ਆ ਤਾਂ ਉਰੇ ਐਡਵਾਈਸ ਕਿਹਦੀ ਲੈਣੀ ਪੈਂਦੀ ਹੈ? ਸੀਐਮ ਦੀ ਲੈਣੀ ਪੈਂਦੀ ਹੈ। ਤਾਂ ਉਰੇ ਡਿਸਕ੍ਰਿਸ਼ਨਰੀ ਪਾਵਰ ਨਹੀਂ ਹੈਗੀ। ਥਰਡ ਕੇਸ 'ਚ ਜੇ ਕੋਈ ਬਿੱਲ ਰਿਜ਼ਰਵ ਕਰਨਾ ਹੈ ਜੀ state legislature for consideration of president, again over here also governor is not bound by the advice of council of minister। fourth the case making rules to conduct business of state government, again ਜੇ ਇਹ ਰੂਲਸ ਵੀ ਬਣਾਣੇ ਆ ਤਾਂ ਇਹ ਕਿਸ ਦੀ ਐਡਵਾਈਸ ਤੇ ਬਣਾਏ ਜਾਣਗੇ? COM ਦੀ ਕਾਉਂਸਲ ਆਫ ਮਿਨਿਸਟਰ ਦੀ ਐਡਵਾਈਸ ਤੇ ਬਣਾਏ ਜਾਣਗੇ। ਸੋ 1 and 3 is the right answer। next है जी under which article of the Indian Constitution may the governor reserve a bill for consideration of president? very important direct question पूछा जा सकता है। ਆਪਾਂ ਪਿਛਲੀ ਕਲਾਸਿਸ ਵਿੱਚ ਕਵਰ ਕੀਤਾ ਸੀਗਾ ਆਰਟੀਕਲ 111 ਦੇ ਬਾਰੇ ਤੇ ਉਰੇ ਆਪਾਂ ਗੱਲ ਕਰਾਂਗੇ ਉਹਦੇ ਕੋਰਸਪੋਂਡਿੰਗ ਆਰਟੀਕਲ 200 ਦੇ ਬਾਰੇ। ਆਰਟੀਕਲ 200 ਕੀ ਕਹਿੰਦਾ ਹੈ? ਆਰਟੀਕਲ 200 ਕਹਿੰਦਾ ਹੈ ਕਿ ਜਦੋਂ ਵੀ ਗਵਰਨਰ ਕੋਲ ਬਿੱਲ ਆਏ ਤਾਂ ਉਹਦੇ ਕੋਲ ਆਪਸ਼ਨਸ ਕੀ ਨੇ? ਜਾਂ ਤਾਂ ਉਹ ਅਸੈਂਟ ਦੇ ਸਕਦਾ ਹੈ, ਜਾਂ ਵਿਦਹੋਲਡ ਕਰ ਸਕਦਾ ਹੈ,
ਜਾਂ ਫਿਰ ਉਹ ਕਹਿ ਸਕਦਾ ਹੈ ਕਿ ਇਸ ਬਿੱਲ ਨੂੰ ਜਿਹੜਾ ਹੈਗਾ ਆਪਾਂ ਬਿੱਲ ਨੂੰ ਪ੍ਰੈਜ਼ੀਡੈਂਟ ਨੂੰ ਰੈਫਰ ਕਰ ਸਕਦੇ ਹਾਂ। ਤਾਂ ਜਿਹੜੇ ਆਪਸ਼ਨਸ ਹੈਗੇ ਆ ਇਹ ਆਰਟੀਕਲ 200 ਦੇ ਨਾਲ ਲਿੰਕ ਹੁੰਦੇ ਆ, ਯੂਨੀਅਨ ਦੇ ਕੇਸ 'ਚ ਆਰਟੀਕਲ 111 ਨਾਲ ਲਿੰਕ ਹੁੰਦੇ ਆ। ਨੈਕਸਟ, ਹਾਂਜੀ, ਉਰੇ ਆਰਡੀਨੈਂਸ ਮੇਕਿੰਗ ਪਾਵਰ ਆਫ ਗਵਰਨਰ ਤੇ ਕੁਐਸਚਨ ਪੁੱਛਿਆ ਜਾ ਰਿਹਾ। ਇਹ ਵੀ ਇੰਪੋਰਟੈਂਟ ਆਰਟੀਕਲ ਹੈ ਜੀ। ਜਦੋਂ ਆਪਾਂ ਪਾਰਲੀਮੈਂਟ ਕਵਰ ਕਰ ਰਹੇ ਸੀ ਤਾਂ ਉਦੋਂ ਵੀ ਆਪਾਂ ਆਰਡੀਨੈਂਸ ਮੇਕਿੰਗ ਪਾਵਰ ਤੇ ਕੀਤਾ ਸੀਗਾ ਪ੍ਰੈਜ਼ੀਡੈਂਟ ਦੀ, ਤਾਂ ਉਹ ਸੀਗਾ ਆਰਟੀਕਲ 123 ਤੇ ਉਰੇ ਆਰਡੀਨੈਂਸ ਮੇਕਿੰਗ ਪਾਵਰ ਨਾਲ ਲਿੰਕਡ ਆਰਟੀਕਲ ਕਿਹੜਾ ਹੈ? ਆਰਟੀਕਲ 213। ਇੰਪੋਰਟੈਂਟ ਹੈ, ਯਾਦ ਕਰਕੇ ਰੱਖੋ। ਨੈਕਸਟ, which one of the following suggested that governor should be an eminent person from outside the state, a detached figure without intense political links, or who should not have taken part in politics in recent past? Basically ਇਹ ਗੱਲ ਹੋ ਰਹੀ ਹੈ ਕਿ ਇੱਕ ਨਾਨ ਪੋਲੀਟੀਕਲ ਫਿਗਰ ਹੋਵੇ ਜਿਹੜਾ ਸਟੇਟ ਪੋਲਿਟਿਕਸ ਤੋਂ ਉੱਤੇ ਉੱਠਿਆ ਹੋਵੇ ਤੇ ਉਹ ਸਟੇਟ ਤੋਂ ਦੇ ਵਿੱਚ ਇੱਕ ਕਨਸਟੀਟਿਊਸ਼ਨ ਹੈਡ ਦੇ ਤੌਰ ਤੇ ਮੌਜੂਦ। ਇਹ ਗੱਲ ਹੋ ਰਹੀ ਹੈ। ਇਹ ਗੱਲ ਕਿਹਨਾਂ ਨੇ ਕੀਤੀ ਸੀਗੀ? ਪਹਿਲਾ ਆਪਸ਼ਨ ਹੈ ਫਸਟ ARC, ਰਾਜ ਮਨਾਰ ਕਮੇਟੀ, ਸਰਕਾਰੀਆ ਕਮਿਸ਼ਨ, then national commission to review the working of constitution. The answer is ਸਰਕਾਰੀਆ ਕਮਿਸ਼ਨ। ਮੈਂ ਤੁਹਾਨੂੰ ਸਰਕਾਰੀਆ ਕਮਿਸ਼ਨ ਬਾਰੇ ਦੱਸਣਾ ਚਾਹੁੰਦਾ ਸੀਗਾ ਤਾਂ ਇਹ ਮੈਂ ਕੁਐਸਚਨ ਚੂਜ਼ ਕੀਤਾ ਸੀ। ਸਰਕਾਰੀਆ ਕਮਿਸ਼ਨ ਉਰੇ ਗੱਲ ਕਰਦਾ ਹੈ ਕਿ ਬੈਟਰ ਸੈਂਟਰ ਸਟੇਟ ਰਿਲੇਸ਼ਨਸ ਬਣੇ ਤੇ ਘੱਟੋ ਘੱਟ ਯੂਜ਼ ਹੋਵੇ ਆਰਟੀਕਲ 356 ਦਾ। ਇਹ ਸਾਰੀਆਂ ਗੱਲਾਂ ਸਰਕਾਰੀਆ ਕਮਿਸ਼ਨ ਨੇ ਗੱਲਾਂ ਕੀਤੀਆਂ ਸੀ। ਸੋ C is the right answer. Next, state legislature ਦੇ ਨਾਲ ਕੁਐਸਚਨ ਲਿੰਕਡ ਹੈ ਤੇ ਉਰੇ ਲੈਜਿਸਲੇਟਿਵ ਕਾਉਂਸਲ ਬਾਰੇ ਗੱਲ ਹੋ ਰਹੀ ਹੈ। which of the following statements about resolution passed by state legislative assembly under article 169 for abolition of state legislative council is correct? ਕਿ ਜੇ ਸਟੇਟ ਲੈਜਿਸਲੇਟਿਵ ਕਾਉਂਸਲ ਨੂੰ ਅਬੋਲਿਸ਼ ਕਰਨਾ ਹੈ ਤਾਂ ਇਹਨਾਂ ਚੋਂ ਕਿਹੜੀ ਗੱਲਾਂ ਸਹੀ ਹੋਣਗੀਆਂ? ਲੈਜਿਸਲੇਟਿਵ ਕਾਉਂਸਲ ਦੀ ਗੱਲ ਕਰੀਏ ਤਾਂ ਅੱਜ ਦੀ ਘੜੀ 'ਚ 6 ਸਟੇਟਸ ਨੇ ਜਿੱਥੇ ਲੈਜਿਸਲੇਟਿਵ ਕਾਉਂਸਲ ਮੌਜੂਦ ਨੇ। ਐਗਜ਼ਾਮਪਲ यूपी, ਬਿਹਾਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਕਰਨਾਟਕ। ਹੁਣ ਉਹ ਬਣਦੀਆਂ ਕਿੱਦਾਂ ਨੇ? ਬਣਾਉਂਦਾ ਕੌਣ ਹੈ? ਬਣਾਉਂਦਾ ਹੈਗਾ ਪਾਰਲੀਮੈਂਟ। ਕਿਹਦੀ ਐਡਵਾਈਸ, ਕਿਹਦੀ ਇੱਕ ਰეკਮੈਂਡੇਸ਼ਨ ਚਾਹੀਦੀ ਹੁੰਦੀ ਹੈ ਤੇ ਕੌਣ ਦਾ ਰੋਲ ਕੀ ਹੈ? ਲੈਜਿਸਲੇਟਿਵ ਅਸੈਂਬਲੀ ਦਾ ਰੋਲ ਕੀ ਹੈ? ਇਹ ਸਾਰੀਆਂ ਗੱਲਾਂ ਇੰਪੋਰਟੈਂਟ ਹੋ ਜਾਂਦੀਆਂ। ਲੈਜਿਸਲੇਟਿਵ ਅਸੈਂਬਲੀ ਦਾ ਰੋਲ ਹੈ ਕਿ ਉਹਨੇ ਰੈਜ਼ੋਲੂਸ਼ਨ ਪਾਸ ਕਰਨਾ ਹੈ, ਬਣਾਉਣ ਵਾਸਤੇ ਵੀ ਤੇ ਡਿਸੋਲਵ ਕਰਨ ਵਾਸਤੇ ਵੀ ਜਾਂ ਫਿਰ ਉਹਨੂੰ ਅਬੋਲਿਸ਼ ਕਰਨ ਵਾਸਤੇ ਵੀ। ਸੋ ਇਹ ਪੁੱਛ ਰਹੇ ਹਾਂ ਕਿ ਅਬੋਲਿਸ਼ਨ ਦੇ ਟਾਈਮ ਤੇ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਲੈਜਿਸਲੇਟਿਵ ਅਸੈਂਬਲੀ ਦਾ ਉਹਦੇ ਨਾਲ ਸੰਬੰਧਿਤ 4 ਆਪਸ਼ਨ ਆਪਾਂ ਨੂੰ ਦਿੱਤੇ। It does impose an obligation on the government to reserve the resolution for the consideration of president. ਕਿ ਹੁਣ ਜੇ ਇੱਕ ਵਾਰੀ ਇਹ ਰੈਜ਼ੋਲੂਸ਼ਨ ਪਾਸ ਕਰਤਾ ਤਾਂ ਹੁਣ ਇੱਕ ਬਾਈਂਡਿੰਗ obligation ਹੈ ਗਵਰਨਰ ਦੇ ਉੱਤੇ ਕਿ ਉਹਨੇ ਪ੍ਰੈਜ਼ੀਡੈਂਟ ਨੂੰ ਇਹ ਪੇਸ਼ ਕਰਨਾ ਹੀ ਕਰਨਾ ਹੈ, ਜੋ ਕਿ ਇਨਕਰੈਕਟ। ਫਿਰ it does not impose an obligation on the union government to take action for initiating legislation in parliament. Then 3, it does not impose obligation on governor to reserve the resolution for the consideration of president. Again, ਬਾਰ-ਬਾਰ ਗਵਰਨਰ ਦੀ ਗੱਲ ਹੋ ਰਹੀ ਹੈ, ਗਵਰਨਰ ਦਾ ਕੋਈ ਰੋਲ ਨਹੀਂ ਹੈਗਾ। ਡੀ ਦੀ ਗੱਲ ਕਰੇ, does impose an obligation on union government to take action for initiating legislation in the parliament. ਹੁਣ ਆਪਾਂ ਨੂੰ ਇੰਨਾ ਪਤਾ ਹੈ ਕਿ ਪਾਰਲੀਮੈਂਟ ਦਾ ਰੋਲ ਹੈਗਾ, ਪਾਰਲੀਮੈਂਟ ਦਾ ਰੋਲ ਹੈ, ਪਾਰਲੀਮੈਂਟ ਬਣਾ ਸਕਦਾ, ਡਿਸੋਲਵ ਜਾਂ ਉਹਨੂੰ ਅਬੋਲਿਸ਼ ਵੀ ਕਰ ਸਕਦਾ। ਪਰ ਉਰੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਚਾਹੇ ਸਟੇਟ ਲੈਜਿਸਲੇਟਿਵ ਅਸੈਂਬਲੀ ਨੇ ਰੈਜ਼ੋਲੂਸ਼ਨ ਪਾਸ ਕਰਤਾ, but then also parliament is not bound by it. Parliament is not bounded by that. It does not impose any obligation on union government to take an action for initiating legislation in parliament. एक कहानी है जी, B is the right answer. Next, Anji, the members of state legislative council are not chosen by which of the following categories of person? ਹੁਣ ਜਦੋਂ ਆਪਾਂ ਲੈਜਿਸਲੇਟਿਵ ਕਾਉਂਸਲ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਇਹ ਤਾਂ ਪਤਾ ਹੈ ਕਿ ਇਹ ਇਨਡਾਇਰੈਕਟਲੀ ਇਲੈਕਟਡ ਹੁੰਦੇ ਆ ਦੇ ਮੈਂਬਰ, ਡਾਇਰੈਕਟ ਇਲੈਕਸ਼ਨ ਨਹੀਂ ਹੁੰਦੀ।
1/3 ਮੈਂਬਰ ਜਿਹੜੇ ਹੈਗੇ ਨੇ ਉਹ ਕੌਣ ਚੂਜ਼ ਕਰਦਾ? ਉਹ ਕਰਦਾ ਹੈ ਜਿਹੜੇ ਮੈਂਬਰ ਜਾਂ ਲੈਜਿਸਲੇਟਿਵ ਅਸੈਂਬਲੀ ਦੇ ਜਿਹੜੇ ਮੈਂਬਰ ਨੇ ਉਹ ਚੂਜ਼ ਕਰਦੇ ਨੇ ਫਰੋਮ ਅਮੰਗਸ ਦੋਸ ਪੀਪਲ ਜੋ ਲੈਜਿਸਲੇਟਿਵ ਅਸੈਂਬਲੀ ਦਾ ਪਾਰਟ ਨਹੀਂ ਹੈਗੇ। 1/3 ਜਿਹੜੇ ਹੈਗੇ ਉਹ ਲੋਕਲ ਬੋਡੀਜ਼ ਜਿਹੜੇ ਨੇ ਉਹ ਚੂਜ਼ ਕਰਦੀਆਂ। ਉਸ ਤੋਂ ਬਾਅਦ 1/12 ਜਿਹੜੇ ਹੈਗੇ ਨੇ ਉਹ ਕੌਣ ਚੂਜ਼ ਕਰਦਾ? ਗ੍ਰੈਜੂਏਟ ਜਿਹੜੇ ਹੈਗੇ ਆ ਉਹ ਸਟੇਟ ਦੇ ਵਿੱਚ ਰਹਿ ਰਹੇ। ਫਿਰ 1/12 ਜਿਹੜੇ ਬਾਕੀ ਹੈਗੇ ਉਹ ਕੌਣ ਚੂਜ਼ ਕਰਦਾ? ਜਿਹੜੇ ਉਸ ਸਟੇਟ ਦੇ ਟੀਚਰਸ। ਇਸ ਤੋਂ ਬਾਅਦ ਜਿਹੜਾ ਬਚਿਆ ਉਹ ਨੋਮੀਨੇਟ ਕੀਤੇ ਜਾਂਦੇ ਆ, ਉਹ 1/6 ਬਚਦਾ ਹੈ ਪਿੱਛੇ ਤੇ 5/6 ਜਿਹੜਾ ਹੈਗਾ ਇਹ ਸਾਰਿਆਂ ਨੂੰ ਮਿਲਾ ਕੇ 0.833% ਬਣਦੇ ਆ। ਤਾਂ ਇਹ ਜਿਹੜੇ ਹੈਗੇ ਆ ਇਹ ਇਨਡਾਇਰੈਕਟਲੀ ਇਲੈਕਟਿਡ ਨੇ ਤੇ 1/6 ਜਿਹੜੇ ਨੇ ਇਹ ਨੋਮੀਨੇਟਡ ਨੇ। ਨੋਮੀਨੇਟ ਕੌਣ ਕਰਦਾ ਹੈ? ਉਰੇ ਗਵਰਨਰ ਕਰ। ਤਾਂ ਉਰੇ ਕੁਐਸਚਨ ਕੀ ਹੈ, ਕਹਿੰਦੇ ਕਿਹੜੇ ਆਰ ਨਾਟ ਚੂਜ਼ਨ ਬਾਈ ਵਿਚ ਆਫ ਦ ਫੋਲੋਇੰਗ ਕੈਟਾਗਰੀਜ਼? ਮੈਂਬਰ ਆਫ ਲੋਕਲ ਬੋਡੀਜ਼ ਪੰਚਾਇਤ, ਯੈਸ। ਟੀਚਰਸ, ਯੈਸ। ਗ੍ਰੈਜੂਏਟਸ, ਯੈਸ। ਕਿਹੜਾ ਆਪਸ਼ਨ ਇਨਕਰੈਕਟ ਹੈ? ਇੰਡਸਟਰੀਲਿਸਟ। ਡੀ ਇਜ਼ ਦੀ ਇਨਕਰੈਕਟ ਆਪਸ਼ਨ ਤੇ ਆਹੀ ਪੁੱਛਿਆ ਗਿਆ ਸੀ। ਨੈਕਸਟ, in which of the following states does a legislative council not exist? ਕਿਹੜੀ ਸਟੇਟ ਐਗਜ਼ਿਸਟ ਨਹੀਂ ਕਰ ਰਹੀ ਅੱਜ ਦੀ ਘੜੀ ਚ? ਤਾਂ ਆਨਸਰ ਇਜ਼ ਰਾਜਸਥਾਨ। ਪਹਿਲਾਂ ਦੱਸ ਚੁੱਕਿਆ ਮੈਂ ਕਿਹੜੀ 6 ਸਟੇਟਸ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਐਗਜ਼ਿਸਟ ਕਰਦੀ ਹੈ। ਨੈਕਸਟ, ਹਾਂਜੀ, the legislative assembly of each state shall consist of not more than 450 members chosen by direct election from territorial constituencies. Then a person shall not be qualified to be chosen to fill a seat in the legislative assembly if she is less than 25 या 25 years of age। पहली स्टेटमेंट गल करती है मैक्सिमम मेंबर्स इन लेजिस्लेटिव असेंबली। 450 नहीं है कि दोस्तों आ कितना है 500 आंसर। तो पहली स्टेटमेंट ਜਿਹੜੀ ਹੈਗੀ ਉਹ ਇਨਕਰੈਕਟ ਹੈ। ਸੈਕੰਡ ਸਟੇਟਮੈਂਟ ਗੱਲ ਕਰਦੀ ਹੈ ਕੁਆਲੀਫਿਕੇਸ਼ਨ ਦੀ ਗੱਲ ਕਰ ਰਹੀ ਹੈ ਤੇ ਉਰੇ ਏਜ ਕ੍ਰਾਈਟੇਰੀਆ ਦੀ ਗੱਲ ਕਰ ਰਹੀ ਹੈ। 25 ਸਾਲਾਂ ਦੀ ਉਮਰ ਦੀ ਜਿਹੜੀ ਸੀਮਾ ਹੈ ਉਹ ਰੱਖੀ ਗਈ ਹੈ। ਸੋ B is the right answer। ਪਹਿਲੀ ਸਟੇਟਮੈਂਟ ਇਨਕਰੈਕਟ ਹੈ। ਨੈਕਸਟ ਹੈ ਜੀ ਕੋਰਮ। ਹਾਂਜੀ, ਕੋਰਮ ਜਿਹੜਾ ਚਾਹੀਦਾ ਹੁੰਦਾ ਸਟੇਟ ਲੈਜਿਸਲੇਚਰ ਨੂੰ ਹੋਲਡ ਕਰਨ ਲਈ ਮੀਟਿੰਗ ਕਿੰਨਾ ਹੋਣਾ ਚਾਹੀਦਾ? ਕਿੰਨੇ ਮੈਂਬਰ ਹੈਗੇ? ਸੋ पहला ऑप्शन है 30 मेंबर्स और 1/10 ऑफ द टोटल मेंबरशिप whichever is less। देन अगला है 1/2 ऑफ द टोटल मेंबरशिप ऑफ द हाउस। देन 1/4 ऑफ द टोटल मेंबरशिप ऑफ द हाउस। देन 10 मेंबर्स या फिर 1/10 ऑफ द टोटल मेंबर्स ऑफ द हाउस whichever is greater। तो फैक्चुअल सवाल है, डी इज द राइट आंसर। नेक्स्ट आ गया जी, which one of the following is the period for legislative council to detain ordinary bill? maximum ਕਿੰਨੇ ਟਾਈਮ ਲਈ? which one ਦੀ ਵੀ ਬਜਾਏ ਵੀ ਤੁਸੀਂ ਐ ਕਰੋ, ਤੁਸੀਂ maximum ਲਿਖੋ ਇਹਦੇ ਵਿੱਚ ਨਾ। maximum ਕਿੰਨੇ ਡਿਊਰੇਸ਼ਨ ਲਈ ਲੈਜਿਸਲੇਟਿਵ ਕਾਉਂਸਲ ਕਿਸੇ ਵੀ ਆਰਡੀਨਰੀ ਬਿੱਲ ਨੂੰ ਡਿਟੇਨ ਕਰਕੇ ਰੱਖ ਸਕਦੀ ਹੈ, ਰੋਕ ਕੇ ਰੱਖ ਸਕਦੀ ਹੈ। ਇਹ ਫੰਡਾਮੈਂਟਲ ਇੱਕ ਡਿਫਰੈਂਸ ਬਣਦਾ ਹੈ ਬਿਟਵੀਨ ਕਾਉਂਸਲ ਆਫ ਸਟੇਟਸ ਜੋ ਰਾਜ ਸਭਾ ਹੈ ਤੇ ਲੈਜਿਸਲੇਟਿਵ ਕਾਉਂਸਲ ਜੋ ਸਟੇਟ ਲੈਵਲ ਤੇ ਹੁੰਦੇ। ਮੈਜੋਰਿਟੀ ਆਫ ਬਿਲਸ ਵਾਸਤੇ ਲੋਕ ਸਭਾ ਤੇ ਰਾਜ ਸਭਾ ਦੀ ਬਰਾਬਰ ਦੀ ਪਾਵਰ ਹੈਗੀ। ਬੈਰਿੰਗ ਫਿਊ, ਫॉर एग्जांपल ਆਪਾਂ ਗੱਲ ਕਰਦੇ ਹਾਂ ਮਨੀ ਬਿੱਲ ਦੀ ਗੱਲ ਕਰਦੇ, ਪਰ ਉਰੇ ਜਦੋਂ ਸਟੇਟ ਲੈਵਲ ਦੀ ਗੱਲ ਕਰਦੇ ਹਾਂ ਤਾਂ ਉਰੇ ਲੈਜਿਸਲੇਟਿਵ ਕਾਉਂਸਲ ਦੀ ਜਿਹੜੀ ਪਾਵਰ ਹੈ ਬਹੁਤ ਘੱਟ ਹੈ ਐਸ ਕੰਪੇਅਰ ਟੂ ਲੈਜਿਸਲੇਟਿਵ ਅਸੈਂਬਲੀ। ਫਰਜ਼ ਕਰੋ ਲੈਜਿਸਲੇਟਿਵ ਕਾਉਂਸਲ ਨੇ ਕੋਈ ਇੱਕ ਬਿੱਲ ਪਾਸ ਕੀਤਾ ਤੇ ਲੈਜਿਸਲੇਟਿਵ ਅਸੈਂਬਲੀ ਨੂੰ ਉਹ ਪਸੰਦ ਨਹੀਂ ਆਇਆ, ਉਹਨਾਂ ਨੇ ਰਿਜੈਕਟ ਕਰਤਾ, ਤਾਂ ਉੱਥੇ ਹੀ ਉਹ ਬਿੱਲ ਦੇਰ ਐਂਡ ਦੇਰ ਉੱਥੇ ਹੀ ਡੈਡ ਹੋ ਜਾਣਾ, ਖਤਮ। ਜੇ ਮੰਨ ਲਓ ਲੈਜਿਸਲੇਟਿਵ ਅਸੈਂਬਲੀ ਨੇ ਕੋਈ ਬਿੱਲ ਪਾਸ ਕੀਤਾ ਤੇ ਉਹ ਲੈਜਿਸਲੇਟਿਵ ਕਾਉਂਸਲ ਕੋਲ ਜਾ ਰਿਹਾ, ਹੁਣ ਕਾਉਂਸਲ ਕੀ ਕਰ ਸਕਦੀ ਹੈ? ਕਾਉਂਸਲ ਉਹਦੇ ਵਿੱਚ ਅਮੈਂਡਮੈਂਟ ਪ੍ਰਪੋਜ਼ ਕਰ ਸਕਦੀ ਹੈ ਜਾਂ ਉਸ ਬਿੱਲ ਨੂੰ ਰਿਜੈਕਟ ਕਰ ਸਕਦੀ ਹੈ ਜਾਂ ਫਿਰ ਕੋਈ ਵੀ ਐਕਸ਼ਨ ਨਾ ਲਵੇ, ਕੋਈ ਵੀ ਐਕਸ਼ਨ ਨਹੀਂ ਲੈ ਰਹੀ ਹੈ, ਨੋ ਐਕਸ਼ਨ। ਤਾਂ ਜਦੋਂ ਇਹ ਚੀਜ਼ਾਂ ਆ ਗਈ, ਉਹਨੇ ਅਮੈਂਡਮੈਂਟ ਪ੍ਰਪੋਜ਼ ਕਰਤਾ, ਉਹਨੇ ਬਿੱਲ ਨੂੰ ਰਿਜੈਕਟ ਕਰਤਾ, ਕੋਈ ਐਕਸ਼ਨ ਨਹੀਂ ਲੈ ਰਹੀ, ਤੇ ਜਿਹੜਾ ਅਮੈਂਡਮੈਂਟ ਉਹਨੇ ਪ੍ਰਪੋਜ਼ ਕੀਤਾ ਉਹ ਲੈਜਿਸਲੇਟਿਵ ਅਸੈਂਬਲੀ ਨੂੰ ਪਸੰਦ ਨਹੀਂ ਆ ਰਿਹਾ ਬਿਲਕੁਲ, ਤਾਂ ਇਸ ਸਿਚੁਏਸ਼ਨ ਵਿੱਚ ਮੰਨਿਆ ਜਾਊਗਾ ਕਿ ਇੱਕ ਡੈਡਲੌਕ ਆ ਚੁੱਕਾ ਹੈ, ਇੱਕ ਡੈਡਲੌਕ ਆ ਚੁੱਕਾ। ਤੇ ਇਹ ਡੈਡਲੌਕ ਦੀ ਮੈਕਸਿਮਮ ਲਿਮਿਟ ਜਿਹੜੀ ਹੈਗੀ ਹੈ ਦੋਸਤੋ ਉਹ ਹੈਗੀ ਹੈ 3 ਮਹੀਨੇ। 3 ਮਹੀਨੇ ਤੱਕ ਹੀ ਡੈਡਲੌਕ ਚੱਲ ਸਕਦਾ ਹੈ, ਉਸ ਤੋਂ ਉੱਤੇ ਡੈਡਲੌਕ ਨਹੀਂ ਚੱਲੂਗਾ।
3 ਮਹੀਨੇ ਜਿਵੇਂ ਹੀ ਖਤਮ ਹੁੰਦੇ ਆ, ਦੁਬਾਰਾ ਲੈਜਿਸਲੇਟਿਵ ਅਸੈਂਬਲੀ ਜਿਹੜੀ ਹੈਗੀ ਹੈ ਉਹ ਬਿੱਲ ਪਾਸ ਕਰਦੀ ਹੈ। ਲੈਜਿਸਲੇਟਿਵ ਅਸੈਂਬਲੀ ਨੇ ਬਿੱਲ ਪਾਸ ਕੀਤਾ, ਉਹ ਕਾਉਂਸਲ ਕੋਲ ਜਾਊ। ਹੁਣ ਕਾਉਂਸਲ ਕੋਲ ਸਿਰਫ 1 ਮਹੀਨੇ ਦਾ ਟਾਈਮ। ਹੁਣ ਕਾਉਂਸਲ ਕੋਲ 1 ਮਹੀਨੇ ਦਾ ਟਾਈਮ ਹੈ, ਉਹ ਉਸ ਬਿੱਲ ਤੇ ਐਕਟ ਕਰ ਸਕਦੀ ਹੈ ਤਾਂ ਕਰੇ, ਜੇ ਨਹੀਂ ਕਰੂਗੀ ਤਾਂ ਬਿੱਲ ਨੂੰ ਹੁਣ ਪਾਸਡ ਮੰਨਿਆ ਜਾਊਗਾ। ਤਾਂ ਟੋਟਲ 4 ਮਹੀਨੇ ਲਈ ਹੀ ਡਿਲੇ ਕਰ ਸਕਦੀ ਹੈ ਆਰਡੀਨਰੀ ਬਿੱਲ ਨੂੰ, ਉਸ ਤੋਂ ਉੱਤੇ ਉਹਦੇ ਕੋਲ ਕੋਈ ਵੀ ਪਾਵਰ ਨਹੀਂ ਹੈ। ਇਹ ਇੰਪੋਰਟੈਂਟ ਹੈ, ਇਹਨੂੰ ਯਾਦ ਕਰਕੇ ਰੱਖੀ। Next, what can be the minimum strength of Council of Ministers, including the Chief Minister of the state? The answer is 12. A factual statement है जी, इन्हें याद करके। The authority to determine the number of judges in High Court rests with which of the following entities? उन्हें सवाल क्यों मैं लेके आया और क्योंकि कंपैरिजन ड्रा हो सकता है विद सुप्रीम कोर्ट। सुप्रीम कोर्ट ਦੇ ਵਿੱਚ ਕਿੰਨੇ ਜजेस ਨੇ ਉਹ ਕੌਣ ਡਿਸਾਈਡ ਕਰਦਾ ਹੈ, ਉਹ ਪਾਰਲੀਮੈਂਟ ਡਿਸਾਈਡ ਕਰਦਾ। ਪਰ ਹਾਈ ਕੋਰਟ ਦੇ ਵਿੱਚ ਕਿੰਨੇ ਜजेस ਹੋਣਗੇ ਉਹ ਕੌਣ ਡਿਸਾਈਡ ਕਰਦਾ ਹੈ, ਉਹ ਕਰਦਾ ਹੈ ਪ੍ਰੈਜ਼ੀਡੈਂਟ। A is the right answer. Then ਸੈਲਰੀ ਆਫ ਹਾਈ ਕੋਰਟ ਜजेस, ਹਾਂਜੀ ਪਹਿਲਾਂ ਕੁਐਸਚਨ ਕੀਤਾ ਆਪਾਂ। ਸੈਲਰੀ ਆਫ ਹਾਈ ਕੋਰਟ ਜजेस ਦੀ ਗੱਲ ਕਰੀਏ ਤਾਂ ਕਿੱਥੋਂ ਆ ਰਹੀ ਹੈ, ਉਹ ਆ ਰਹੀ ਹੈ ਕੰਸੋਲੀਡੇਟਡ ਫੰਡ ਆਫ ਸਟੇਟ। B happens to be the right answer. Then ਪੈਨਸ਼ਨ ਦੀ ਗੱਲ ਕਰੀਏ ਤਾਂ ਪੈਨਸ਼ਨ ਕਿੱਥੋਂ ਆ ਰਹੀ ਹੈ, ਪੈਨਸ਼ਨ ਆਉਂਦੀ ਹੈ ਜੀ ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ। ਫਿਰ ਹਾਈ ਕੋਰਟ ਤੇ ਨਾਲ ਪ੍ਰੋਟੈਕਸ਼ਨ ਦੀ ਗੱਲ ਕਰ ਰਹੇ ਹਾਂ, ਰਾਈਟਸ ਦੀ ਗੱਲ ਕਰ ਰਹੇ ਹਾਂ। ਹਾਈ ਕੋਰਟਸ assertion reason type question है, high courts are in better position to protect the rights of Indian citizens than the Supreme Court. Then reason की है Supreme Court can issue writs to protect only fundamental rights, पर हाई कोर्ट कोल ज्यादा वाइडर जुरिसडिक्शन हैगी है टू इशू रिट्स, फंडामेंटल राइट्स ਤੋਂ ਇਲਾਵਾ ਵੀ ਉਹ ਬਾਕੀ ਰਾਈਟਸ ਨੂੰ ਸੇਫਗਾਰਡ ਕਰਨ ਵਾਸਤੇ ਵੀ ਰਿਟ ਇਸ਼ੂ ਕਰ ਸਕਦੀ ਹੈ। ਤਾਂ देयरफॉर पहले स्टेटमेंट सही है, बी भी सही है, रीजन भी सही है, ते रीजन भी करेक्टली एक्सप्लेन करता है आदर्शन, क्योंकि सुप्रीम कोर्ट दी रिच जुरिसडिक्शन लिमिटेड है, हाई कोर्ट दी वाइडर है। नेक्स्ट ए पीवाईक्यू है जी यूपीएससी का। In India, prisons are managed by state government with their own rules and regulations for day-to-day administration. ਇੰਡੀਆ ਦੇ ਵਿੱਚ ਪ੍ਰਿਜ਼ਨਸ ਜਿਹੜੇ ਹੈਗੇ ਆ ਉਹ ਸਟੇਟ ਗਵਰਨਮੈਂਟ ਦੇ ਅੰਡਰ ਆਉਂਦੇ ਆ, ਇਹ ਤੁਸੀਂ ਯਾਦ ਰੱਖਣਾ। ਸਟੇਟ ਗਵਰਨਮੈਂਟ ਦੇ ਅੰਡਰ ਆਉਂਦੇ ਆ ਜੀ ਪ੍ਰਿਜ਼ਨਸ ਰਿਲੇਟਡ ਜਿੰਨੀ ਵੀ ਚੀਜ਼ਾਂ ਹੈਗੀਆਂ ਸਟੇਟ ਗਵਰਨਮੈਂਟ ਦੇ ਅੰਡਰ ਜੁਰਿਸਡਿਕਸ਼ਨ ਚਾਹਦੀ। ਸਟੇਟਮੈਂਟ 2 ਹੈਗੀ ਹੈ ਪ੍ਰਿਜ਼ਨਸ ਆਰ ਗਵਰਨਡ ਬਾਈ ਪ੍ਰਿਜ਼ਨਸ ਐਕਟ ਆਫ 1894, ਜਿਹੜਾ ਕਿ which expressly kept the subject of prisons in the control of provincial governments at that point of time. 1894 ਦਾ ਕਾਨੂੰਨ ਹੈ, ਅੰਗਰੇਜ਼ਾਂ ਦੇ ਟਾਈਮ ਦਾ ਕਾਨੂੰਨ ਹੈ, ਤੇ ਇਹਨੇ ਕੈਟੇਗੋਰੀਕਲੀ ਇਹ ਕਿਹਾ ਸੀਗਾ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਹੈਗੀਆਂ ਉਹਨਾਂ ਦੇ ਅਧਿਕਾਰ ਖੇਤਰ ਚ ਆਉਂਦਾ ਹੈ। ਤਾਂ ਪ੍ਰੋਵਿੰਸਿਸ ਜੇ ਉਸ ਟਾਈਮ ਤੇ ਆਪਾਂ ਗੱਲ ਕਰੀਏ, ਹਾਲਾਂਕਿ ਫੈਡਰੇਸ਼ਨ ਨਹੀਂ ਬਣਿਆ ਸੀਗਾ ਉਦੋਂ, ਪਰ ਪ੍ਰੋਵਿੰਸਿਸ ਜੇ ਆਪਾਂ ਉਸ ਟਾਈਮ ਤੇ ਦੇਖੀਏ ਤਾਂ ਅੱਜ ਪ੍ਰੋਵਿੰਸਿਸ ਦੇ ਮੁਤਾਬਕ ਮੈਂ ਕੀ ਦੇਖ ਸਕਦਾ, ਅੱਜ ਪ੍ਰੋਵਿੰਸਿਸ ਦੇ ਮੁਤਾਬਕ ਮੈਂ ਸਟੇਟਸ ਨੂੰ ਦੇਖ ਸਕਦਾ। ਉਦੋਂ ਫੈਡਰੇਸ਼ਨ ਨਹੀਂ ਸੀਗਾ, ਅੱਜ ਤਾਂ ਆ ਚੁੱਕਾ ਫੈਡਰੇਸ਼ਨ, ਪਰ ਪਹਿਲਾਂ ਪ੍ਰੋਵਿੰਸਿਸ ਨੂੰ ਮੈਂ ਰਾਜ ਦੇ ਤੌਰ ਤੇ ਦੇਖਦਾ ਸੀਗਾ, ਹੁਣ ਮੈਂ ਦੇਖਾਂ ਪ੍ਰੋਵਿੰਸਿਸ ਸਟੇਟਸ ਹੋ ਗਏ। ਤਾਂ ਸਟੇਟਮੈਂਟ 2 ਵੀ ਜਿਹੜੀ ਹੈਗੀ ਹੈ ਉਹ ਵੀ ਕਰੈਕਟ ਹੈ, ਸਟੇਟਮੈਂਟ 1 ਇਜ਼ ਆਲਸੋ ਕਰੈਕਟ, ਸੋ ਐਂਡ ਇਟ ਇਜ਼ ਕਰੈਕਟਲੀ ਐਕਸਪਲੇਨਿੰਗ ਦ ਫਰਸਟ ਸਟੇਟਮੈਂਟ ਆਲਸੋ, ਸੋ A is the right answer. Then with reference to India, consider the following statements. Judicial custody means accused is in the custody of the concerned magistrate and such accused is locked up in police station, not in jail. Judicial custody ਕੀ ਹੁੰਦਾ ਹੈ? Judicial custody मतलब judicial ਨਾਲ ਲਿੰਕ ਹੋ ਗਿਆ, judiciary ਨਾਲ ਲਿੰਕ ਹੋ ਗਿਆ। ਪੂਰੇ ਦੇਖੋ ਕਹਿੰਦੇ it's a custody means accused in the custody of concerned magistrate and such accused is locked up in police station, not in jail. ਜਦੋਂ ਜੇਲ੍ਹ ਦੀ ਗੱਲ ਕਰਦੇ ਆ ਨਾ ਆਪਾਂ, ਤਾਂ ਜੇਲ੍ਹ ਨੂੰ ਤੁਸੀਂ ਰੋਕ ਕੇ ਤੁਸੀਂ ਕੋਰਿਲੇਟ ਕਰੋ ਵਿਦ ਦ ਜੁਡੀਸ਼ੀਅਲ ਪਾਰਟ। ਪੁਲਿਸ ਸਟੇਸ਼ਨ ਐਗਜ਼ੀਕਿਊਟਿਵ ਦੇ ਡੋਮੇਨ, ਜੇਲ੍ਹ ਨਹੀਂ ਹੈ। ਤਾਂ ਉਰੇ ਜੁਡੀਸ਼ੀਅਲ ਕਸਟਡੀ ਜਿਹੜੀ ਹੈਗੀ ਹੈ ਉਹਦੇ ਵਿੱਚ ਜੁਡੀਸ਼ਰੀ ਦਾ ਰੋਲ ਆ ਜਾਂਦਾ। ਤਾਂ ਉਰੇ that person will not be locked in the police station. ਪੁਲਿਸ ਸਟੇਸ਼ਨ ਦੇ ਕੇਸ 'ਚ ਕੀ ਹੈ, ਤੇ ਤੁਸੀਂ ਦੇਖਦੇ ਵੀ ਹੋ ਕਿ ਤੁਸੀਂ ਪੜਿਆ ਜਾਂ ਤੁਸੀਂ ਸੁਣਿਆ ਹੋਣਾ ਕਿ ਕੋਈ ਕ੍ਰਿਮੀਨਲ ਸੀਗਾ, ਉਹਦੀ ਰਿਮਾਂਡ ਲਈ
ਪੁਲਿਸ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਤੇ ਫਿਰ ਜੇਲ੍ਹ ਚ ਉਹਨੂੰ ਵਾਪਸ ਪੁਲਿਸ ਸਟੇਸ਼ਨ ਲੈ ਕੇ ਆਏ ਪੁੱਛ ਪੜਤਾਲ ਕਰ ਜੇਲ੍ਹ ਵਿੱਚ ਕੀ ਹੈ ਜੁਡੀਸ਼ੀਅਲ ਕਸਟਡੀ ਹੈ So during judicial custody, the police officer in charge of the case is not allowed to interrogate the suspect without the approval of the court. The answer is yes. पहले statement जेड़ा हैगा वो की है incorrect है statement 2 is correct. B is the right answer. Then with reference to लोक अदालत which of the following statement is correct? लोक अदालत की गल हो रही है जी उरे लोक अदालत have jurisdiction to settle matters at the pre-litigation stage only. जे ਕੋਈ ਕੇਸ ਕੋਰਟ ਕੋਲ ਨਹੀਂ ਪਹੁੰਚਿਆ ਸਿਰਫ ਉਹੀ ਕੇਸ ਨੂੰ ਸਹੀ ਕਰਨ ਦਾ ਜਾਂ ਉਹਨੂੰ ਸੈਟਲ ਕਰਨ ਦਾ ਅਧਿਕਾਰ ਕਹਿੰਦੇ ਲੋਕ ਅਦਾਲਤ ਕੋਲ ਹੈ ਜੇ ਕਿਤੇ ਪੈਂਡਿੰਗ ਹੈ ਕਿਸੇ ਕੋਰਟ ਮੂਰੇ ਫਿਰ ਉਹ ਲੋਕ ਅਦਾਲਤ ਦੀ ਕੈਟਾਗਰੀ 'ਚ ਨਹੀਂ ਆਉਂਦਾ ਬੀ ਆਪਸ਼ਨ ਕਹਿੰਦਾ ਲੋਕ ਅਦਾਲਤ ਕੈਨ ਡੀਲ ਵਿਦ ਦੀ ਮੈਟਰਸ ਵਿਚ ਆਰ ਸਿਵਲ ਐਂਡ ਨਾਟ ਕ੍ਰਿਮੀਨਲ ਇਨ ਨੇਚਰ then every lok adalat consists of either serving or retired judicial officers only and not any other person then none of the statement given are correct ਹੁਣ ਲੋਕ ਅਦਾਲਤ ਬਣਾਏ ਗਏ ਸੀਗੇ ਤਾਂ ਕਿ ਜਸਟਿਸ ਦਾ ਜਿਹੜਾ ਸਿਸਟਮ ਹੈਗਾ ਉਹਨੂੰ ਆਪਾਂ ਥੋੜਾ ਹੋਰ ਫਾਸਟ ਕਰੀਏ ਈਜ਼ੀ ਬਣਾਈਏ ਲੋਕਾਂ ਲਈ ਹੋਰ ਸਹੂਲਤ ਆਵੇ ਉਸ ਦੇ ਵਿੱਚ ਕਿਉਂਕਿ ਤੁਸੀਂ ਦੇਖੋਗੇ ਜੁਡੀਸ਼ੀਅਲ ਪ੍ਰੋਸੈਸ ਜਿਹੜਾ ਹੈਗਾ ਉਹ ਬਹੁਤ ਹੀ ਇੱਕ ਕੰਬਰਸਮ ਪ੍ਰੋਸੈਸ ਹੈ ਜਿਹਦੇ ਵਿੱਚ ਤੁਸੀਂ ਕਦੇ ਸੁਣਿਆ ਵੀ ਹੋਣਾ ਕਿ ਕੋਈ ਕਿਸੇ ਦਾ ਪ੍ਰਾਪਰਟੀ ਦਾ ਮਸਲਾ ਤਾਂ 20 ਸਾਲਾਂ ਤੋਂ ਚੱਲਦਾ ਆ ਰਿਹਾ ਕਿਉਂਕਿ ਇੱਕ ਪ੍ਰੋਸੀਜਰ ਹੈ ਪਰ ਉਸ ਚੀਜ਼ ਨੂੰ ਬਾਈਪਾਸ ਕਰਨ ਲਈ ਆਪਾਂ ਕਿਹਾ ਕਿ ਚਲੋ ਠੀਕ ਹੈ ਸਮਰੀ ਜਜਮੈਂਟਸ ਆਪਾਂ ਸ਼ੁਰੂ ਕਰ ਦਿੰਦੇ ਆ ਜਿਹਦੇ ਵਿੱਚ ਆਪਾਂ ਨੇ ਪ੍ਰੋਸੀਜਰਾਂ 'ਚ ਨਹੀਂ ਫਸਿਆ ਕਰਾਂਗੇ ਤਾਂ ਇੱਕ ਲੋਕ ਅਦਾਲਤ ਦਾ ਸਿਸਟਮ ਇੰਸਟੀਟਿਊਸ਼ਨਲਾਈਜ਼ ਕੀਤਾ ਗਿਆ ਹੁਣ ਵੀ ਟਾਈਮ ਐਂਡ ਟਾਈਮ ਲੋਕ ਅਦਾਲਤ ਅਰੇਂਜ ਕੀਤੀਆਂ ਜਾਂਦੀਆਂ ਜਿਵੇਂ ਮੈਂ ਆਪਾਂ ਸਾਡੇ ਇੰਸਟੀਚਿਊਟ ਦੇ ਕੋਲ ਹੀ ਡਿਸਟ੍ਰਿਕਟ ਕੋਰਟ ਹੈ 43 ਦੀ ਉੱਥੇ ਹਰ ਤੀਸਰੇ ਮਹੀਨੇ ਚੌਥੇ ਮਹੀਨੇ ਇੱਕ ਲੋਕ ਅਦਾਲਤ ਹੁੰਦੀ ਹੈ ਤੇ ਉਦੋਂ ਮਤਲਬ ਹਜ਼ਾਰਾਂ ਦੀ ਭੀੜ ਉੱਥੇ ਇਕੱਠੀ ਹੁੰਦੀ ਹੈ ਕਿਉਂਕਿ ਉੱਥੇ ਨਿਪਟਾਰਾ ਬਹੁਤ ਈਜ਼ੀਲੀ ਹੋ ਰਿਹਾ ਹੁੰਦਾ ਹੈ ਰਾਈਟ ਸੋ ਲੋਕ ਅਦਾਲਤ ਦੇ ਕੇਸ ਕਹਿੰਦੇ ਜੂਰਿਸਡਿਕਸ਼ਨ ਹੈਗੀ ਹੈ ਟੂ ਸੈਟਲ ਐਨੀ ਮੈਟਰ ਪਰ ਪ੍ਰੀ ਲਿਟੀਗੇਸ਼ਨ ਸਟੇਜ ਹੋਣਾ ਚਾਹੀਦਾ ਆਨਸਰ ਇਜ਼ ਨੋ ਐਸਾ ਕੁਝ ਨਹੀਂ ਹੈ ਜੇ ਕਿਤੇ ਐਗਜ਼ਿਸਟਿੰਗ ਕੇਸ ਵੀ ਚੱਲ ਰਿਹਾ ਤੇ ਉਹ ਪਾਰਟੀ ਕਹਿੰਦੀ ਹੈ ਕਿ ਮੈਂ ਇਸ ਮੈਟਰ ਨੂੰ ਸੈਟਲ ਕਰਨਾ ਚਾਹਨਾ ਤਾਂ ਜੱਜ ਦੀ ਪਰਮਿਸ਼ਨ ਨਾਲ ਉਹ ਲੋਕ ਅਦਾਲਤ ਤੱਕ ਪਹੁੰਚ ਸਕਦਾ ਹੈ ਬੀ ਦੀ ਗੱਲ ਕਰੀਏ ਲੋਕ ਅਦਾਲਤ ਕੈਨ ਡੀਲ ਵਿਦ ਮੈਟਰਸ ਵਿਚ ਆਰ ਸਿਵਲ ਐਂਡ ਨਾਟ ਕ੍ਰਿਮੀਨਲ ਨੇਚਰ ਲੋਕ ਅਦਾਲਤ ਦੋਨੋਂ ਕੈਟਾਗਰੀਜ਼ ਨੂੰ ਡੀਲ ਕਰਦੀ ਹੈ ਸਿਵਲ ਕੇਸਿਸ ਨੂੰ ਵੀ ਤੇ ਕ੍ਰਿਮੀਨਲ ਕੇਸਿਸ ਨੂੰ ਵੀ ਸਿਵਲ ਕੇਸਿਸ ਜਿਹਦੇ ਵਿੱਚ ਕੋਈ ਸਜ਼ਾ ਨਹੀਂ ਹੈਗੀ ਮੋਨਿਟਰੀ ਪੈਨਲਟੀ ਹੋ ਸਕਦੀ ਹੈ ਕ੍ਰਿਮੀਨਲ ਨੇਚਰ ਦੇ ਕਿਹੜੇ ਕੇਸ ਹੁੰਦੇ ਆ ਜਿਹਦੇ ਵਿੱਚ ਕੋਈ ਨਾ ਕੋਈ ਸਜ਼ਾ ਬਣਦੀ ਹੈ ਪਰ ਕ੍ਰਿਮੀਨਲ ਨੇਚਰ ਨੂੰ ਵੀ ਲੋਕ ਅਦਾਲਤ ਡੀਲ ਕਰਦੀ ਹੈ ਜਿਹੜੇ ਕੰਪਾਊਂਡੇਬਲ ਆਫੈਂਸਿਸ ਹੁੰਦੇ ਆ ਜਿਹਦੇ ਵਿੱਚ ਐਗਜ਼ਾਮਪਲ ਦੇ ਤੌਰ ਤੇ ਆਈਪੀਸੀ ਦੀ ਗੱਲ ਕਰਾਂ ਪਹਿਲਾਂ ਤਾਂ 324 ਹੁੰਦਾ ਸੀਗਾ 324 ਦੇ ਮੁਤਾਬਕ ਕੋਈ ਕੁੱਟਮਾਰ ਦਾ ਕੇਸ ਬਣ ਗਿਆ ਕਿਸੇ ਦੇ ਉੱਤੇ ਪਰ ਹਾਂ ਕੋਈ ਗ੍ਰੀਵੀਅਸ ਇੰਜਰੀ ਨਹੀਂ ਹੋਈ ਤਾਂ ਉਹ ਕੰਪਾਊਂਡੇਬਲ ਆਫੈਂਸ ਬਣਦਾ ਤੇ ਉਹਨੂੰ ਵੀ ਲੋਕ ਅਦਾਲਤ ਡੀਲ ਕਰ ਫਿਰ every ਲੋਕ ਅਦਾਲਤ consists of either serving or retired judicial officers only and not any other person ਇਹ ਸਟੇਟਮੈਂਟ ਜਿਹੜਾ ਹੈਗਾ ਇਹ ਵੀ ਇਨਕਰੈਕਟ ਲੋਕ ਅਦਾਲਤ ਦੇ ਕੇਸ ਜਿਹੜੇ ਕੋਈ ਸਰਵਿੰਗ ਜੁਡੀਸ਼ੀਅਲ ਆਫੀਸਰ ਉਹ ਤਾਂ ਹੋਣਗੇ ਹੀ ਹੋਣਗੇ ਇਹ ਤੋਂ ਇਲਾਵਾ ਉਹਨਾਂ ਦੇ ਨਾਲ ਨਾਲ ਦੋ ਹੋਰ ਬੰਦੇ ਹੋਣਗੇ ਇੱਕ ਉਹਨਾਂ ਵਿੱਚ ਉਹ ਹੋਣਗੇ ਜੋ ਲੀਗਲ ਬੈਕਗ੍ਰਾਉਂਡ ਦੇ ਨਹੀਂ ਹੈਗੇ ਇੱਕ ਸੋਸ਼ਲ ਬੈਕਗ੍ਰਾਉਂਡ ਤੇ ਤਾਂ ਕਿ ਇੱਕ ਡਾਈਵਰਸਿਟੀ ਵਾਲਾ ਐਲੀਮੈਂਟ ਜਿਹੜਾ ਹੈਗਾ ਉਹ ਉੱਥੇ ਲੱਗਿਆ ਰਹੇ ਸੋ ਇਨ ਦਿਸ ਕੇਸ ਡੀ ਇਜ਼ ਦੀ ਰਾਈਟ ਆਨਸਰ ਕਹਿੰਦੇ ਕੋਈ ਵੀ ਸਟੇਟਮੈਂਟ ਜਿਹੜੀ ਹੈਗੀ ਹੈ ਉਹ ਕਰੈਕਟ ਨਹੀਂ ਹੈ ਨੈਕਸਟ ਹੈ ਜੀ ਸੈਂਟਰ ਸਟੇਟ ਰਿਲੇਸ਼ਨ ਦੀ ਗੱਲ ਹੋ ਰਹੀ ਹੈ ਕਿਹੜੇ ਪਾਰਟ ਦੇ ਵਿੱਚ ਲੈਜਿਸਲੇਟਿਵ ਰਿਲੇਸ਼ਨਸ ਮੌਜੂਦ ਨੇ ਸੈਂਟਰ ਤੇ ਸਟੇਟਸ ਦੇ ਪਾਰਟ ਨੰਬਰ 11 ਇਹਨੂੰ ਯਾਦ ਕਰਕੇ ਰੱਖੋ ਫੈਕਚੁਅਲ ਸਟੇਟਮੈਂਟ ਨੈਕਸਟ ਡਿਸਟ੍ਰੀਬਿਊਸ਼ਨ ਆਫ ਲੈਜਿਸਲੇਟਿਵ ਪਾਵਰ ਬਿਟਵੀਨ ਸੈਂਟਰ ਐਂਡ ਸਟੇਟ ਕਿਹੜੇ ਸ਼ਡਿਊਲ ਦੇ ਵਿੱਚ ਹੈ ਪਹਿਲਾਂ ਵੀ ਆਪਾਂ ਕਲਾਸਿਸ ਵਿੱਚ ਕਵਰ ਕਰ ਚੁੱਕੇ ਹਾਂ ਦ ਆਨਸਰ ਇਜ਼ 7th ਸ਼ਡਿਊਲ 9th 8th 6th ਦੇ ਵਿੱਚ ਨਹੀਂ ਹੈਗਾ ਰਾਈਟ 5th 6th ਸ਼ਡਿਊਲ 5th 6th ਸ਼ਡਿਊਲ ਏਰੀਆਸ ਕਿਹੜੇ ਨੇ ਸ਼ਡਿਊਲ ਏਰੀਆਸ ਟ੍ਰਾਈਬਲ ਏਰੀਆਸ 8th ਦੇ ਵਿੱਚ ਲੈਂਗੁਏਜਸ ਆ ਜਾਂਦੀਆਂ 9th ਦੇ ਵਿੱਚ ਉਹ ਲਾਜ਼ ਆ ਜਾਂਦੇ ਨੇ ਜਿਨ੍ਹਾਂ ਨੂੰ ਤੁਸੀਂ ਜੁਡੀਸ਼ਰੀ ਤੋਂ ਪ੍ਰੋਟੈਕਟ ਕਰਨਾ ਸੀਗਾ ਤਾਂ 7th ਸ਼ਡਿਊਲ ਜਿਹੜਾ ਹੈਗਾ ਉਹ ਡੀਲ ਕਰਦਾ ਹੈ ਬਿਟਵੀਨ ਸੈਂਟਰ ਐਂਡ ਸਟੇਟ ਜਿਹਦੇ ਵਿੱਚ ਲਿਸਟ ਬਣ ਜਾਂਦੀ ਹੈ ਯੂਨੀਅਨ ਲਿਸਟ ਸਟੇਟ ਲਿਸਟ ਕੰਕਰੈਂਟ ਲਿਸਟ ਨੈਕਸਟ ਹੈ ਜੀ who is vested with the residuary power ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਰੈਜ਼ੀਡਰੀ ਪਾਵਰ ਜਿਹੜੀ ਹੈਗੀ ਆ ਉਹ ਕਿਹਦੇ ਕੋਲ ਹੈ ਪ੍ਰੈਜ਼ੀਡੈਂਟ ਸਟੇਟ
ਸੈਂਟਰਲ ਕੈਬਨਿਟ ਜਾਂ ਫਿਰ ਪਾਰਲੀਮੈਂਟ ਕੋਲੇ ਅਧਿਕਾਰ ਕਿ ਜੇ ਕੋਈ ਚੀਜ਼ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨਹੀਂ ਹੈਗੀ ਤਾਂ ਉੱਤੇ ਕੌਣ ਰੈਜ਼ੀਡੂਅਰੀ ਪਾਵਰ ਕੌਣ ਇਹਦੇ ਲਾਅ ਬਣਾ ਸਕਦਾ, ਉਹ ਪਾਰਲੀਮੈਂਟ ਬਣਾ ਸਕਦਾ। ਇੰਟਰ ਸਟੇਟ ਕਾਉਂਸਿਲ ਕੌਣ ਐਸਟੈਬਲਿਸ਼ ਕਰ ਸਕਦਾ, ਕੌਣ ਬਣਾ ਸਕਦਾ ਇੰਟਰ ਸਟੇਟ ਕਾਉਂਸਿਲ? ਦ ਆਂਸਰ ਇਜ਼ ਪ੍ਰੈਜ਼ੀਡੈਂਟ। ਆਰਟੀਕਲ 263 ਕਹਿੰਦਾ ਹੈ ਕਿ ਇੰਟਰ ਸਟੇਟ ਕਾਉਂਸਿਲ ਬਣਾਈ ਜਾ ਸਕਦੀ ਹੈ ਤੇ ਬਣਾਊਗਾ ਕੌਣ? ਪ੍ਰੈਜ਼ੀਡੈਂਟ ਬਣਾ। ਫਿਰ ਇਹਦੇ ਨਾਲ ਲਿੰਕ ਇੱਕ ਹੋਰ ਕੁਐਸਚਨ ਹੈ ਜੀ, ਰੀਜਨਲ ਕਾਉਂਸਲ ਦੀ ਆਪਾਂ ਗੱਲ ਕਰੀਏ, ਜ਼ੋਨਲ ਕਾਉਂਸਲ ਦੀ ਗੱਲ ਕਰੀਏ ਤਾਂ ਉਹ ਕਿਸ ਨੇਚਰ ਦੇ ਨੇ, ਜਾਂ ਉਹ ਕੌਣ ਬਣਾਉਂਦਾ ਹੈ? ਕਨਸਟੀਟਿਊਸ਼ਨ ਬਣਾਉਂਦਾ ਹੈ ਜਾਂ ਲਾਅ ਬਣਾਉਂਦਾ ਹੈ ਜਾਂ ਰੈਜ਼ੋਲੂਸ਼ਨ ਜਾਂ ਫਿਰ ਨੈਸ਼ਨਲ ਡਿਵੈਲਪਮੈਂਟ ਕਾਉਂਸਲ? ਜ਼ੋਨਲ ਕਾਉਂਸਲ ਦੀ ਗੱਲ ਕਰਾਂ, ਰੀਜਨਲ ਕਾਉਂਸਲ ਦੀ ਗੱਲ ਕਰਾਂ ਤਾਂ ਦੇ ਆਰ ਕਨਸਟੀਟਿਊਟਡ ਬਾय ਅ ਲਾਅ, ਦੇ ਆਰ ਨਾਟ ਅ ਕਨਸਟੀਟਿਊਸ਼ਨਲ ਬੋਡੀ। ਉਹ ਕਨਸਟੀਟਿਊਸ਼ਨਲ origin ਦੇ ਨਹੀਂ ਹੈਗੇ। ਇੰਟਰ ਸਟੇਟ ਕਾਉਂਸਲ ਇਜ਼ ਅ body which lies ਜਾਂ which derives its existence from the constitution, but regional council ਤੇ zonal council ਦੀ ਗੱਲ ਕਰਾਂ ਤਾਂ ਉਹ parliamentary law ਦੇ ਨਾਲ ਲਿੰਕ। next ਹੈ ਜੀ, which one of the following is not related to the union and state relations? ਕਿਹੜੀ ਕਮੇਟੀ ਹੈਗੀ ਹੈ ਜਿਹੜੀ ਸੈਂਟਰ ਸਟੇਟ ਰਿਲੇਸ਼ਨ ਦੇ ਨਾਲ ਸੰਬੰਧਿਤ ਨਹੀਂ ਹੈਗੀ? ਸਰਕਾਰੀਆ ਕਮਿਸ਼ਨ ਆਪਾਂ ਪਹਿਲਾਂ ਕਵਰ ਕਰ ਚੁੱਕੇ ਹਾਂ। ਸਿਮਿਲਰਲੀ ਪੁੰਚੀ ਕਮਿਸ਼ਨ, ਆ ਦੋ ਕਮਿਸ਼ਨ ਤਾਂ ਤੁਸੀਂ ਯਾਦ ਕਰਕੇ ਰੱਖਣੀਆਂ ਸੈਂਟਰ ਸਟੇਟ ਰਿਲੇਸ਼ਨ ਨਾਲ ਇਹਨਾਂ ਦਾ ਸੰਬੰਧ ਪੈਂਦਾ ਹੀ ਪੈਂਦਾ। ਰਾਜ ਮன்னாਰ ਕਮੇਟੀ ਵੀ ਸੀਗੀ ਜਿਹੜੀ, ਉਹ ਸਰਕਾਰੀ ਕਮਿਸ਼ਨ ਤੋਂ ਕਿਤੇ ਪਹਿਲਾਂ ਆਈ ਸੀ। ਉਹ ਵੀ ਐਫੀਸ਼ੀਐਂਟ ਯੂਜ਼ ਆਫ 356 ਦੀ ਗੱਲ ਕਰਦੀ ਹੈ। ਉਹ ਵੀ ਗੱਲ ਕਰਦੀ ਹੈ ਕਿ ਸੈਂਟਰ ਸਟੇਟ ਰਿਲੇਸ਼ਨ ਜਿਹੜੇ ਬੈਟਰ ਹੋਣ। ਇੰਦਰਜੀਤ ਗੁਪਤਾ ਕਮੇਟੀ ਜਿਹੜੀ ਹੈਗੀ ਹੈ ਇਹ ਇਲੈਕਸ਼ਨ ਦੇ ਰਿਫਾਰਮਸ ਨਾਲ ਸੰਬੰਧਿਤ ਹੈ। ਇਲੈਕਸ਼ਨ ਦੇ ਰਿਫਾਰਮਸ ਨਾਲ ਸੰਬੰਧਿਤ ਹੈ ਇੰਦਰਜੀਤ ਗੁਪਤਾ ਕਮੇਟੀ ਜਿਹੜੀ ਹੈਗੀ ਹੈ। ਇਟ ਇਜ਼ ਨਾਟ ਰਿਲੇਟਡ ਟੂ ਯੂਨੀਅਨ ਸਟੇਟ ਰਿਲੇਸ਼ਨਸ। ਨੈਕਸਟ ਹੈ ਜੀ, under the constitutional provisions of tax assignment, which of the following is tax exclusively imposed and collected by the state? ਜਦੋਂ ਆਪਾਂ ਫਾਈਨੈਂਸ਼ੀਅਲ ਰਿਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਹਿੰਦੇ ਕਿਹੜਾ ਟੈਕਸ ਇਹੋ ਜਿਹਾ ਹੈ ਕਿ ਜਿਹੜਾ ਸਿਰਫ ਔਰ ਸਿਰਫ ਸਟੇਟ ਹੀ ਲਿਵਾਈ ਕਰਦਾ ਤੇ ਉਹੀ ਕਲੈਕਟ ਕਰਦਾ? ਆਨਸਰ ਇਜ਼ ਲੈਂਡ ਰੈਵਨਿਊ। ਕਿਉਂ? ਲੈਂਡ ਨਾਲ ਸੰਬੰਧਿਤ ਜਿਹੜੀ ਗੱਲ ਹੋ ਰਹੀ ਹੈ ਤਾਂ ਜਦੋਂ ਆਪਾਂ 7th ਸ਼ਡਿਊਲ ਦੀ ਗੱਲ ਕਰਦੇ ਹਾਂ ਦੋਸਤੋ ਤਾਂ ਉਹਦੇ ਵਿੱਚ ਆਪਾਂ ਤਿੰਨ ਲਿਸਟ ਬਣਾਈਆਂ, ਯੂਨੀਅਨ, ਕਨਕਰੈਂਟ ਤੇ ਸਟੇਟ। ਸਟੇਟ ਲਿਸਟ ਦੇ ਵਿੱਚ ਲੈਂਡ ਰਿਲੇਟਡ ਜਿਹੜੇ ਪ੍ਰੋਵੀਜ਼ਨਸ ਨੇ ਉਹ ਸਟੇਟ ਦਾ ਕੰਮ ਆਉਂਦਾ ਤੇ ਸਟੇਟ ਦੇ ਕੰਮ ਦੇ ਨਾਲ ਲੈਂਡ ਦੇ ਨਾਲ ਹੀ ਉਹਦਾ ਟੈਕਸ ਵੀ ਜਿਹੜਾ ਹੈਗਾ ਉਹ ਵੀ ਸਟੇਟ ਦੇ ਕੋਲ ਹੀ ਅਧਿਕਾਰ ਹੈ, ਯੂਨੀਅਨ ਕੋਲ ਅਧਿਕਾਰ ਨਹੀਂ ਹੈਗਾ। ਸੋ B is the right answer. Then under which article of the constitution is the responsibility of Indian government to protect states from external aggression and internal disturbance? ਕਿਹੜੇ ਆਰਟੀਕਲ ਦੇ ਤਹਿਤ ਰਿਸਪੌਂਸਿਬਿਲਿਟੀ ਰੱਖੀ ਗਈ ਹੈ ਯੂਨੀਅਨ ਗਵਰਨਮੈਂਟ ਦੀ ਕਿ ਉਹਨਾਂ ਨੇ ਸਟੇਟ ਨੂੰ ਪ੍ਰੋਟੈਕਟ ਕਰਨਾ ਹੈ ਫਰੋਮ ਐਨੀ ਐਕਸਟਰਨਲ ਅਗਰੈਸ਼ਨ ਜਾਂ ਫਿਰ ਇੰਟਰਨਲ ਡਿਸਟਰਬੈਂਸ? ਦ ਆਂਸਰ ਇਜ਼ ਆਰਟੀਕਲ 355। ਨੈਕਸਟ ਹੈ ਜੀ, ਐਮਰਜੈਂਸੀ ਨਾਲ ਲਿੰਕਡ ਕੁਐਸਚਨ। President of India may declare national emergency if there is a threat of। ਆਰਟੀਕਲ 352 ਦੇ ਤਹਿਤ ਨੈਸ਼ਨਲ ਐਮਰਜੈਂਸੀ ਜਾਂ ਫਿਰ ਆਪਾਂ ਨੂੰ ਜੋ ਆਫੀਸ਼ੀਅਲ ਨਾਮ ਹੈ ਉਹਦਾ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ। ਆਰਟੀਕਲ 352 ਦੇ ਤਹਿਤ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਜਾ ਸਕਦੀ ਹੈ। ਕਦੋਂ ਕੀਤੀ ਜਾ ਸਕਦੀ ਹੈ ਇਹ ਕੁਐਸਚਨ? ਜਦੋਂ ਐਕਸਟਰਨਲ ਅਗਰੈਸ਼ਨ ਹੈ, ਜਦੋਂ ਆਰਮਡ ਰਿਬੇਲੀਅਨ ਹੈ, ਜਦੋਂ ਵਾਰ ਹੈ, ਇਹ ਕੇਸ ਬਣਦੇ ਹੈ। So going by this 1 and 3 happens to be the right answer। war ਵੀ ਨਾਲ ਆਣਾ ਸੀਗਾ। ਪਹਿਲਾਂ ਕੀ ਹੁੰਦਾ ਸੀਗਾ, ਇੰਟਰਨਲ ਡਿਸਟਰਬੈਂਸ ਵੀ ਕਲੌਜ਼ ਹੁੰਦਾ ਸੀਗਾ ਪਰ ਉਹਨੂੰ ਰਿਪੀਲ ਕਰ ਦਿੱਤਾ ਗਿਆ ਸੀਗਾ 44th ਅਮੈਂਡਮੈਂਟ ਦੇ ਦੁਆਰਾ ਤੇ ਉਹਨੂੰ ਰਿਪੀਲ ਕਰਕੇ ਉਹਨੂੰ ਰਿਪਲੇਸ ਕਰ ਦਿੱਤਾ ਗਿਆ ਸੀਗਾ ਵਿਦ ਆਰਮਡ ਰਿਬੇਲੀਅਨ ਟੂ ਗੈਟ ਮੋਰ ਕਲੈਰਿਟੀ। ਨੈਕਸਟ ਹੈ ਜੀ, which one of the following is the time limit for ratification of emergency period by the parliament? ਇਹ ਗੱਲ ਹੋ ਰਹੀ ਹੈ ਨੈਸ਼ਨਲ ਐਮਰਜੈਂਸੀ ਦੀ ਗੱਲ ਹੋ ਰਹੀ ਹੈ ਤਾਂ ਕਿੰਨੇ ਟਾਈਮ ਦੇ ਵਿੱਚ ਜਦੋਂ ਉਹਨੂੰ ਲਾਗੂ ਕਰ ਦਿੱਤਾ ਗਿਆ ਉਹਨੂੰ ਰੈਟੀਫਾਈ ਕਰਨਾ ਹੈ, ਪਾਰਲੀਮੈਂਟ ਨੇ ਰੈਟੀਫਾਈ ਕਰਨਾ ਹੈ? ਦ ਆਂਸਰ ਇਜ਼ 1 month। ਇੱਕ ਮਹੀਨੇ ਦੇ ਅੰਦਰ ਅੰਦਰ ਪਾਰਲੀਮੈਂਟ ਨੇ ਉਹਨੂੰ ਰੈਟੀਫਾਈ ਕਰਨਾ ਜ਼ਰੂਰੀ ਹੈ, ਨਹੀਂ ਤਾਂ ਐਮਰਜੈਂਸੀ ਵਿਲ ਸੀਜ਼ ਟੂ ਐਗਜ਼ਿਸਟ। Next,
Under which of the following articles can President of India suspend the enforcement of fundamental rights except for 20 and 21? ਕਿਹੜੇ ਆਰਟੀਕਲਸ ਦੇ ਤਹਿਤ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ ਫੰਡਾਮੈਂਟਲ ਰਾਈਟਸ ਦੀ ਇਨਫੋਰਸਮੈਂਟ ਨੂੰ ਰੋਕ ਸਕਦਾ ਹੈ? ਬੇਸਿਕਲੀ ਫੰਡਾਮੈਂਟਲ ਰਾਈਟਸ ਰਹਿਣਗੇ ਪਰ ਉਹਦੀ ਇਨਫੋਰਸਮੈਂਟ ਰੁਕ ਜੂਗੀ। ਤੁਸੀਂ ਸੁਪਰੀਮ ਕੋਰਟ ਨਹੀਂ ਜਾ ਸਕਦੇ, ਖਟਖਟਾ ਨਹੀਂ ਸਕਦੇ ਦਰਵਾਜ਼ਾ ਕਿ ਆਰਟੀਕਲ 32 ਨੂੰ ਯੂਜ਼ ਕਰੋ, ਪਰ ਉਹ 32 ਯੂਜ਼ ਹੋ ਸਕਦਾ ਹੈ ਆਰਟੀਕਲ 20 ਲਈ ਵੀ ਯੂਜ਼ ਹੋ ਸਕਦਾ, 21 ਲਈ ਵੀ ਹੋ ਸਕਦਾ, ਕਿਹਦੇ ਲਈ ਨਹੀਂ ਹੋ ਸਕਦਾ? ਬਾਕੀ ਜਿਹੜੇ ਫੰਡਾਮੈਂਟਲ ਰਾਈਟਸ ਹੈਗੇ ਉਹਨਾਂ ਲਈ ਯੂਜ਼ ਨਹੀਂ ਹੋ ਪਾਏਗਾ। ਕੁਐਸਚਨ ਕੀ ਹੈ ਕਿ ਕਹਿੰਦੇ ਕਿਹੜੇ ਆਰਟੀਕਲ ਦੇ ਤਹਿਤ ਪ੍ਰੈਜ਼ੀਡੈਂਟ ਆਰਡਰ ਇਸ਼ੂ ਕਰੂਗਾ ਤੇ ਤੁਹਾਡੀ ਇਨਫੋਰਸਮੈਂਟ ਆਫ ਫੰਡਾਮੈਂਟਲ ਰਾਈਟ ਨੂੰ ਰੋਕ ਸਕਦਾ ਹੈ? ਆਰਟੀਕਲ 359। 359 ਇਜ਼ ਦੀ ਆਨਸਰ। 358 ਦੇ ਤਹਿਤ ਕੀ ਹੁੰਦਾ ਹੈ? ਆਰਟੀਕਲ 358 ਕੀ ਕਹਿੰਦਾ ਹੈ ਕਿ ਜਦੋਂ ਨੈਸ਼ਨਲ ਐਮਰਜੈਂਸੀ ਲੱਗੀ ਤਾਂ ਆਰਟੀਕਲ 19 ਜਿਹੜਾ ਹੈਗਾ ਆਟੋਮੈਟਿਕਲੀ ਸਸਪੈਂਡ ਹੋਊਗਾ। ਇਹ ਆਰਟੀਕਲ 358 ਗੱਲ ਕਰ। ਆਰਟੀਕਲ 13 ਕਿਹਦੀ ਗੱਲ ਕਰਦਾ? ਫੰਡਾਮੈਂਟਲ ਰਾਈਟਸ ਦੀ ਗੱਲ ਕਰਦਾ। 356 ਕਿਹਦੀ ਗੱਲ ਕਰਦਾ? ਉਹ ਪ੍ਰੈਜ਼ੀਡੈਂਟ ਦੇ ਰੂਲ ਦੀ ਗੱਲ ਕਰਦਾ। ਸੋ 359 ਇਜ਼ ਦੀ ਰਾਈਟ ਆਨਸਰ। ਨੈਕਸਟ, ਡਿਊਰਿੰਗ ਨੈਸ਼ਨਲ ਐਮਰਜੈਂਸੀ ਦ ਟਰਮ ਆਫ ਹਾਊਸ ਆਫ ਪੀਪਲ, ਲੋਕ ਸਭਾ ਦੀ ਟਰਮ ਜਿਹੜੀ ਹੈਗੀ ਹੈ ਉਹ ਕਿੱਦਾਂ ਵਧਾਈ ਜਾ ਸਕਦੀ ਹੈ? ਇਟ ਕੈਨ ਐਕਸਟੈਂਡ ਟਿਲ ਐਮਰਜੈਂਸੀ ਬਟ ਓਨਲੀ ਬਾਈ 1 year ਐਟ ਅ ਟਾਈਮ। ਇੱਕ ਸਾਲ ਹੀ ਵਧਾਈ ਜਾਊਗੀ ਹਰ ਸਾਲ, ਪਰ ਉਹ ਐਕਸਟੈਂਡ ਕਰ ਸਕਦੀ ਹੈ ਟਿਲ ਦ ਐਮਰਜੈਂਸੀ ਲਾਸਟ। ਨਾਰਮਲੀ 5 ਸਾਲ ਦੀ ਟਰਮ ਹੁੰਦੀ ਹੈ, ਜੇ ਐਮਰਜੈਂਸੀ ਚੱਲ ਰਹੀ ਹੈ ਤਾਂ 6 ਸਾਲ 7 ਸਾਲ ਦੀ ਵੀ ਹੋ ਸਕਦੀ ਹੈ, ਪਰ 1 ਸਾਲ ਐਟ ਅ ਟਾਈਮ ਹੀ ਵਧਾਈ ਜਾਊਗੀ। ਨੈਕਸਟ, if the president of India exercises his power as provided under article 356 in respect of particular state, then ਜਦੋਂ 356 ਆਰਟੀਕਲ ਨੂੰ ਯੂਜ਼ ਕਰਕੇ ਪ੍ਰੈਜ਼ੀਡੈਂਟ ਰੂਲ ਲਗਾ ਦਿੱਤਾ ਗਿਆ ਤਾਂ ਫਿਰ ਉਸ ਸਟੇਟ ਦੇ ਵਿੱਚ ਕੀ ਚੇਂਜਸ ਹੋਣਗੇ? ਇਹ ਕੁਐਸਚਨ ਹੈ। The assembly of state is automatically dissolved. Legislative assembly ਕਹਿੰਦੇ ਕਿ automatically dissolve ਹੋ ਚੁੱਕੀ ਹੈ। B, the power of legislature of the state shall be exercisable by or under the authority of parliament, ਕਿ ਜੋ ਵੀ ਉਸ ਲੈਜਿਸਲੇਚਰ ਸਟੇਟ ਲੈਜਿਸਲੇਚਰ ਦੇ ਅਧਿਕਾਰ ਸੀਗੇ ਜਿਹੜੇ ਉਹ ਅਧਿਕਾਰ ਹੁਣ ਪਾਰਲੀਮੈਂਟ ਕੋਲ ਜਾ ਚੁੱਕੇ ਹਨ। ਫਿਰ ਆਰਟੀਕਲ 19 ਜਿਹੜਾ ਹੈਗਾ is suspended in that state, then president can make laws relating to the state. The right answer in this case is B, ਕਿ ਜਦੋਂ 356 ਲਾਗੂ ਹੋ ਜਾਊਗਾ ਤਾਂ ਉਹ ਜਿਹੜੀ ਸਟੇਟ ਅਸੈਂਬਲੀ ਸੀਗੀ ਉਹਦੀ ਪਾਵਰ ਜਿਹੜੀ ਹੈਗੀਆਂ ਉਹ ਪਾਰਲੀਮੈਂਟ ਕੋਲ ਚੜੀਆਂ ਜਾਣਗੀਆਂ, ਉਹ ਪਾਰਲੀਮੈਂਟ ਲਾਅ ਹੁਣ ਉੱਥੇ ਬਣਾ ਸਕਦਾ। ਪਹਿਲਾ ਸਟੇਟਮੈਂਟ ਕਿਉਂ ਇਨਕਰੈਕਟ ਹੈ? ਦ ਅਸੈਂਬਲੀ ਆਫ ਦ ਸਟੇਟ ਇਜ਼ ਆਟੋਮੈਟਿਕਲੀ ਡਿਸੋਲਵਡ। ਅਸੈਂਬਲੀ ਡਿਸੋਲਵ ਨਹੀਂ ਹੁੰਦੀ, ਅਸੈਂਬਲੀ ਆਟੋਮੈਟਿਕਲੀ ਡਿਸੋਲਵ ਨਹੀਂ ਹੋਣ ਵਾਲੀ। ਜਿਹੜੇ ਕਾਉਂਸਲ ਆਫ ਮਿਨਿਸਟਰ ਨੇ ਦੇ ਵਿਲ ਸੀਜ਼ ਟੂ ਐਗਜ਼ਿਸਟ ਓਵਰ ਦੇਅਰ, ਉਹਨਾਂ ਦਾ ਜਿਹੜਾ ਕੰਮ ਹੈ ਉਹ ਉੱਥੇ ਖਤਮ ਹੋ ਜਾਊਗਾ। ਅਸੈਂਬਲੀ ਡਿਸੋਲਵ ਆਟੋਮੈਟਿਕਲੀ ਨਹੀਂ ਹੋਊਗੀ, ਉਹ ਬਾਅਦ ਚ ਹੋ ਸਕਦੀ ਹੈ ਜਦੋਂ ਪਾਰਲੀਮੈਂਟ ਉਸ ਰੈਜ਼ੋਲੂਸ਼ਨ ਨੂੰ ਵੀ ਅੱਗੇ ਪਾਸ ਕਰਦਾ ਹੈ, ਪਰ ਆਟੋਮੈਟਿਕਲੀ ਡਿਸੋਲਵ ਉਹ ਨਹੀਂ ਹੋਣ ਵਾਲੀ। ਤਾਂ B ਇਜ਼ ਦੀ ਰਾਈਟ ਆਂਸਰ। ਨੈਕਸਟ, ਪ੍ਰੈਜ਼ੀਡੈਂਟ ਰੂਲ ਕੈਨ ਬੀ ਇੰਪੋਜ਼ ਫॉर ਮੈਕਸਿਮਮ ਪੀਰੀਅਡ ਆਫ, ਮੈਕਸਿਮਮ ਕਿੰਨੇ ਮਹੀਨੇ ਲਈ ਪ੍ਰੈਜ਼ੀਡੈਂਟ ਰੂਲ ਲਾਗੂ ਹੋ ਸਕਦਾ ਹੈ? ਉਰੇ ਆਉਂਦਾ ਹੈ ਜੀ 3 ਸਾਲ। 3 years is the maximum time limit ਜਿਹਦੇ ਲਈ ਪ੍ਰੈਜ਼ੀਡੈਂਟ ਰੂਲ ਲਾਗੂ ਹੋ ਸਕਦਾ। 1 ਸਾਲ ਲਈ ਪਹਿਲਾਂ ਹੋ ਜਾਊਗਾ, ਉਸ ਤੋਂ ਬਿਯੋਂਡ ਜੇ ਜਾਣਾ, ਉਸ ਤੋਂ ਬਿਯੋਂਡ ਜਾਣ ਦੇ 2 ਹੀ ਕੰਡੀਸ਼ਨਸ ਹੈ। ਐਂਡ ਯਾਦ ਰੱਖੋ, ਜਾਂ ਤਾਂ ਉਸ ਸਟੇਟ ਦੇ ਵਿੱਚ ਆਰਟੀਕਲ 352 ਦੇ ਤਹਿਤ ਨੈਸ਼ਨਲ ਐਮਰਜੈਂਸੀ ਡਿਕਲੇਅਰ ਹੋਈ ਹੈ, ਇਹਦੇ ਨਾਲ ਨਾਲ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲਿਖ ਕੇ ਦੇ ਦਿੱਤਾ ਕਿ ਹਾਲੇ ਆਪਾਂ ਇਲੈਕਸ਼ਨਸ ਕੰਡਕਟ ਨਹੀਂ ਕਰਾ ਸਕਦੇ, ਤਾਂ ਹੀ 1 ਸਾਲ ਤੋਂ ਬਿਯੋਂਡ ਇਹ ਜਾਊਗੀ ਗੱਲ। ਤਾਂ 3 years is the maximum, 1 + 2 is the limit. Next, how many times has financial emergency been declared in India so far? Article 360 ਨਾਲ ਲਿੰਕਡ ਕੁਐਸਚਨ ਹੈ ਜੀ, ਪੁੱਛਿਆ ਜਾ ਰਿਹਾ ਕਿ ਕਿੰਨੀ ਵਾਰ ਤੱਕ ਫਾਈਨੈਂਸ਼ੀਅਲ ਐਮਰਜੈਂਸੀ ਇੰਡੀਆ ਦੇ ਵਿੱਚ ਡਿਕਲੇਅਰ ਕੀਤੀ ਗਈ ਹੈ? ਦੀ ਆਨਸਰ ਇਜ਼ 0। ਹੁਣ ਤੱਕ ਲਗਭਗ 356 ਦੇ ਯੂਜ਼ ਦੀ ਗੱਲ ਕਰਾਂ ਤਾਂ 134 ਟਾਈਮਸ ਇਹਨੂੰ ਯੂਜ਼ ਕੀਤਾ ਗਿਆ। 352 ਦੀ ਗੱਲ ਕਰਾਂ, ਨੈਸ਼ਨਲ ਐਮਰਜੈਂਸੀ ਦੀ ਗੱਲ ਕਰਾਂ ਤਾਂ ਉਹਦੇ 3 ਵਾਰ ਇਹ ਐਮਰਜੈਂਸੀ ਲਾਗੂ ਕੀਤੀ ਗਈ ਹੈ, ਪਰ 360 ਦੀ ਗੱਲ ਕਰਾਂ ਤਾਂ ਹੁਣ ਤੱਕ 0 is the answer. Then
फाइनेंस कमिश्नर लिंक्ड क्वेश्चन है जी, अंडर विच वन ऑफ द फॉलोइंग आर्टिकल्स इज द फॉर्मेशन ऑफ फाइनेंस कमीशन लेड डाउन? आर्टिकल 280। एक क्वेश्चन क्यों पूछा मैं, क्योंकि 16 फाइनेंस कमीशन ने ਹੁਣੇ अपनी रिकमेंडेशन ਦਿੱਤੀ ਤੇ क्वेश्चन ਤੁਹਾਡੇ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ। ਆਰਟੀਕਲ 280 ਨਾਲ ਡਾਇਰੈਕਟਲੀ ਸੰਬੰਧ ਹੈ ਜੀ ਫਾਈਨਾਂਸ ਕਮਿਸ਼ਨ ਦਾ। ਆਰਟੀਕਲ 280 ਦੇ ਤਹਿਤ ਫਾਈਨਾਂਸ ਕਮਿਸ਼ਨ ਗਠਨ ਕੀਤੀ ਜਾਂਦੀ ਹੈ। ਫਾਈਨਾਂਸ ਕਮਿਸ਼ਨ ਦਾ ਕੰਮ ਕੀ ਹੈ? ਉਹ ਟੈਕਸਿਸ ਨੂੰ ਸੈਂਟਰਲ ਸ਼ੇਅਰ ਦੇ ਜਿਹੜੇ ਸੈਂਟਰ ਦੇ ਜਿਹੜੇ ਟੈਕਸਿਸ ਨੇ ਉਹਨੂੰ ਕਿੱਦਾਂ ਸਟੇਟਸ ਦੇ ਵਿੱਚ ਡਿਵੋਲਵ ਕਰਨਾ ਹੈ ਉਹ ਫਾਰਮੂਲਾ ਬਣਾਉਂਦੀ ਹੈ। ਗ੍ਰਾਂਟਸ ਕਿੱਦਾਂ ਇਸ਼ੂ ਕਰਨੀ ਹੈ, ਕਿਸ ਬੇਸਿਸ ਤੇ ਇਸ਼ੂ ਕਰਨੀ ਹੈ, ਉਹ ਫਾਰਮੂਲਾ ਬਣਾਉਂਦੀ ਹੈ ਫਾਈਨਾਂਸ ਕਮਿਸ਼ਨ। ਤੇ 5 ਸਾਲ 'ਚ ਇੱਕ ਵਾਰ ਫਾਈਨਾਂਸ ਕਮਿਸ਼ਨ ਨੂੰ ਬਣਾਇਆ ਜਾਂਦਾ ਹੈ। ਨੈਕਸਟ, ਹਾਂਜੀ क्वेश्चन, फाइनेंस कमीशन इज कॉन्स्टिट्यूटेड फॉर अ पीरियड ऑफ 5 इयर्स। फिर है जी फंक्शंस की गल करती है ਆਪਾਂ ਹੁਣੇ ਪਹਿਲਾਂ ਕੀਤੀ ਸੀਗੀ, टू allow the withdrawal of money out of consolidated fund of India। second statement, to allocate among the states the share of proceeds of tax। रेवेन्यू ਜਿਹੜਾ ਸੈਂਟਰ ਨੇ ਇਕੱਠਾ ਕੀਤਾ ਹੈ, ਯੂਨੀਅਨ ਨੇ ਇਕੱਠਾ ਕੀਤਾ ਹੈ, ਉਹ ਕਿੱਦਾਂ ਸਟੇਟਸ ਦੇ ਵਿੱਚ ਡਿਵੋਲਵ ਕਰਨਾ ਹੈ, ਕਿੱਦਾਂ ਸਟੇਟ ਨੂੰ ਦੇਣਾ ਹੈ, ਉਹ ਪੁਆਇੰਟ ਨੰਬਰ 2 ਕਹਿ ਰਿਹਾ। then third statement, to consider application for grant in aid from states। हाँ जी, states ਨੂੰ ਕਿੱਦਾਂ ਕਿਸ basis ਤੇ grant ਦੇਣੀ ਹੈ। fourth, to supervise and report on whether union and state governments are levying taxes in accordance with the budgetary provisions। ਕਹਿੰਦੇ ਕਿਹੜੇ ਕਿਹੜੇ ਇਹਦੇ ਫੰਕਸ਼ਨਸ ਬਣਦੇ ਆ। ਇਹਦੇ ਫੰਕਸ਼ਨਸ ਬਣਦੇ ਆ ਦੋਸਤੋ ਦੋ, ਮੈਂ ਪਹਿਲਾਂ ਵੀ ਦੱਸ ਚੁੱਕਿਆ, to allocate among states the share of proceeds of taxes, and then third statement over here ਪਹਿਲਾ ਜਿਹੜਾ ਹੈਗਾ ਵਿਡਰਾਲ ਆਫ ਮਨੀ ਦੀ ਗੱਲ ਹੋ ਰਹੀ ਹੈ, ਉਹਦੇ ਉੱਤੇ ਕੋਈ ਸੇ ਨਹੀਂ ਹੈਗਾ ਫਾਈਨਾਂਸ ਕਮਿਸ਼ਨ ਦਾ। ਇਹ ਨਹੀਂ ਹੈ ਕਿ ਫਾਈਨਾਂਸ ਕਮਿਸ਼ਨ ਹੀ ਅਲਾਉ ਕਰੂਗੀ ਤਾਂ ਹੀ ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ ਪੈਸਾ ਨਿਕਲੂਗਾ, ਇਹ ਜੀ ਕੋਈ ਗੱਲ ਨਹੀਂ ਹੁੰਦੀ। ਤਾਂ ਪਹਿਲਾ ਇਜ਼ ਇਨਕਰੈਕਟ। ਤੇ ਦੂਜਾ, ਉਰੇ ਵੀ ਰਿਪੋਰਟ ਨਹੀਂ ਕਰਦੀ, ਇਹ ਵੀ ਸੁਪਰਵਾਈਜ਼ ਦੀ ਕੋਈ ਪਾਵਰ ਨਹੀਂ ਹੈਗੀ ਔਨ ਵੈਦਰ ਯੂਨੀਅਨ ਜਾਂ ਸਟੇਟ ਗਵਰਨਮੈਂਟ ਆਰ ਲਿਵਾਈਂਗ ਟੈਕਸਿਸ ਇਨ ਅਕੋਰਡੈਂਸ ਵਿਦ ਦੀ ਬਜਟਰੀ ਪ੍ਰੋਵੀਜ਼ਨ। ਇਹ ਆਡਿਟਿੰਗ ਵਾਲਾ ਪਾਰਟ ਇਹਦਾ ਕੰਮ ਉਰੇ ਨਹੀਂ ਆਉਂਦਾ, ਤਾਂ ਉਰੇ ਆਉਂਦਾ 2 and 3, B is the right answer। ਸੋ ਥੈਂਕ ਯੂ ਵੈਰੀ ਮਚ। ਮੈਂ ਉਮੀਦ ਕਰਦਾ ਕਿ ਇਹ ਸੈਸ਼ਨ ਤੁਹਾਡੇ ਲਈ ਹੈਲਪਫੁਲ ਰਿਹਾ ਹੋਊਗਾ। ਸੋ we'll meet next time with the last session of Politics MCQs, and thereafter we'll be starting with the new subject। All the very best।